ਜਿਹੜੀ ਨਵੀਂ ਸਦੀ ਆਪਣੀ 21ਵੀਂ ਸਦੀ ਸ਼ੁਰੂ ਹੋਈ ਹੈ ਦੇ ਮੋਢੇ 'ਚ ਇਹਦਾ ਅਸਰ ਦਿਸਣ ਲੱਗ ਗਿਆ। ਸਰਕਾਰੀ ਸੈਕਟਰ ਸੁੰਗੜ ਗਿਆ। ਮੁਲਾਜ਼ਮ ਜਿਹੜੇ ਹੈਗੇ ਆ ਉਹਨਾਂ ਦੇ ਉੱਤੇ ਇੰਨਾ ਮਤਲਬ ਕੱਸ ਹੋ ਗਿਆ ਕਿ ਉਹ ਹੋਰ ਕੁਝ ਸੋਚ ਨਾ ਸਕਣ। ਬੇਰੁਜ਼ਗਾਰੀ ਬਹੁਤ ਫੈਲ ਗਈ। ਨੌਜਵਾਨਾਂ ਦੇ ਵਿੱਚ ਆਈ ਹੋ ਗਿਆ। ਸਮਾਜਿਕ ਮੁੱਦੇ ਤਾਂ ਉਹਨਾਂ ਲਈ ਪਿੱਛੇ ਰਹਿ ਗਏ ਕਿਉਂਕਿ ਬੰਦਾ ਪਹਿਲਾਂ ਤਾਂ ਇਹ ਸੋਚਦਾ ਨਾ ਮੈਂ ਜ਼ਿੰਦਗੀ ਸੈੱਟ ਹੋਵਾਂ। ਜਿਹੜਾ ਪਹਿਲਾਂ ਹੁੰਦਾ ਸੀ ਵੀ ਥੋੜ੍ਹਾ ਬਹੁਤਾ ਮਿਹਨਤ ਕਰਕੇ ਪੜ੍ਹ ਲਿਖ ਕੇ ਅਸੀਂ ਰੁਜ਼ਗਾਰ ਦੇ ਕਾਬਲ ਹੋ ਜਾਵਾਂਗੇ, ਸਨਮਾਨਜਨਕ ਰੁਜ਼ਗਾਰ ਮਿਲ ਜੂ, ਉਹਦੀਆਂ ਸੰਭਾਵਨਾਵਾਂ ਜਿਹੜੀਆਂ ਲਗਭਗ ਉਹ ਖਤਮ ਵਾਂਗੂ ਹੋ ਗਈਆਂ। ਇਸ ਕਰਕੇ ਜਿਹੜੀ ਆ ਨੌਜਵਾਨ ਪੀੜ੍ਹੀ ਉਹ ਇੱਕ ਆਪਣੀ ਦੌੜ 'ਚ ਪੈ ਗਈ, ਚਾਹੇ ਉਹ ਬਾਹਰ ਜਾਂਦੇ ਆ, ਚਾਹੇ ਨਸ਼ਿਆਂ ਦੇ ਆ, ਚਾਹੇ ਹੋਰ ਪਾਸੇ ਆ। ਇਸ ਵਾਸਤੇ ਸਾਰੀਆਂ ਜਥੇਬੰਦੀਆਂ ਨੂੰ ਜਿਹੜੀ ਹੈਗੀ ਆ ਨੌਜਵਾਨ ਦੀ ਸਰਗਰਮੀ ਤੇ ਜਿਹੜੀ ਹੈਗੀ ਹੈ ਗਿਣਤੀ ਉਹ ਮਤਲਬ ਘਟਣ ਲੱਗੀ। ਇੱਕ ਇਹਦੇ ਨਾਲ ਖਪਤਵਾਦੀ ਦੌਰ ਆਇਆ। ਖਪਤਵਾਦ ਦੇ ਨਾਲ ਜਿਹੜਾ ਹੈਗਾ ਬੰਦੇ ਯਾਨੀ ਆਦਰਸ਼ਾਂ ਦੀ ਬਜਾਏ ਵਸਤਾਂ ਨੂੰ ਮਹੱਤਵ ਜ਼ਿਆਦਾ ਦੇਣ ਲੱਗ ਪਏ। ਵਸਤਾਂ ਇਕੱਠੀਆਂ ਕਰਨ ਵਾਲੀ ਦੌੜ ਦੇ ਵਿੱਚ ਪੈ ਗਏ। ਇਸ ਦਾ ਵੀ ਜਿਹੜਾ ਹੈਗਾ ਹੈ ਸਾਡੀਆਂ ਜਿਹੜੀਆਂ ਵੀ ਸਮਾਜਿਕ ਜਨਤਕ ਜਥੇਬੰਦੀਆਂ ਉਹਦੇ ਤੇ ਅਸਰ। ਜਿਵੇਂ ਮੈਂ ਪਹਿਲਾਂ ਕਿਹਾ ਖੇਤੀ ਦੇ ਵਿੱਚ ਜਿਹੜੀ ਰਸਾਇਣਕ ਖੇਤੀ ਦੇ ਦੁਰਪ੍ਰਭਾਵ ਕੋ ਸਾਹਮਣੇ ਆਉਣ ਲੱਗੇ, ਉਹਦੇ ਨਾਲ ਜਿਹੜਾ ਹੈਗਾ ਵਿਗਿਆਨਕ ਢੰਗ ਤਰੀਕਿਆਂ ਦੇ ਉੱਤੇ ਵਾਤਾਵਰਨ ਵਿਗੜ ਗਿਆ, ਬਿਮਾਰੀਆਂ ਕੁਝ ਵੱਧ ਗਈਆਂ। ਵਿਗਿਆਨ ਦੇ ਉੱਤੇ ਕਿੰਤੂ ਹੋਣ ਲੱਗੇ। ਅੱਜ ਦਾ ਦੌਰ ਇਹ ਹੈਗਾ ਵਿਗਿਆਨ ਦੇ ਉੱਤੇ ਯਾਨੀ ਉਹ ਬਹੁਤ ਕਿੰਤੂ ਕਰਨ ਨੂੰ ਉਹਨਾਂ ਨੂੰ ਇੱਕ ਆਧਾਰ ਮਿਲ ਗਿਆ। ਉਹਦੇ ਨਾਲ ਜਿਹੜੀ ਪੁਰਾਤਨ ਪੰਥੀ ਸੋਚ ਆ ਵੀ ਪੁਰਾਣੇ ਸਮੇਂ ਬੜੇ ਚੰਗੇ ਸੀ, ਉਹਨੂੰ ਇੱਕ ਮਤਲਬ ਹੰਗਾਰਾ ਜਿਹਾ ਮਿਲ ਲੱਗਾ। ਜਿਹੜੇ ਲੋਕ ਬਹੁਤ ਹੀ ਇਹਨੂੰ ਮਤਲਬ ਵਧੀਆ ਢੰਗ ਨਾਲ ਨਹੀਂ ਸਮਝ ਸਕਦੇ ਹੈਗੇ। ਉਸ ਤੋਂ ਬਾਅਦ ਜਿਹੜਾ ਹੈਗਾ 2005-07 ਤੋਂ ਬਾਅਦ ਸੋਸ਼ਲ ਮੀਡੀਆ ਦੀ ਆਮਦ ਹੁੰਦੀ ਆ। ਵਟਸਐਪ, ਫੇਸਬੁੱਕ। ਸੋਸ਼ਲ ਮੀਡੀਆ ਦੇ ਨਾਲ ਇਹ ਨਹੀਂ ਹੈ ਕਿ ਸੋਸ਼ਲ ਮੀਡੀਆ ਨਾਲ ਜਾਣਕਾਰੀ ਵੀ ਬਹੁਤ ਵਧੀਆ ਸੁਚੇਤ ਵੀ ਹੋਏ ਆ, ਪਰ ਬਹੁਤ ਵੱਡਾ ਵਰਗ ਤੋਂ ਸਤਹੀ ਜਾਣਕਾਰੀ ਦਾ ਸ਼ਿਕਾਰ ਹੋ ਗਿਆ। ਸਤਹੀ ਜਾਣਕਾਰੀ ਜੋ ਉਹਦੇ ਵਿੱਚ ਆਈ ਜਾਂਦਾ ਉਸੇ ਨੂੰ ਸੱਚ ਮੰਨੀ ਜਾਣਾ ਤੇ ਮਤਲਬ ਕਿਤਾਬਾਂ ਦੀ ਬਜਾਏ ਉਸ ਨਾਲੋਂ ਟੁੱਟ ਕੇ ਇਹ ਹੋ ਗਿਆ ਕਿ ਅਸੀਂ ਜੋ ਇਹਦੇ ਤੇ ਆ ਜਾਂਦਾ ਉਹੀ ਸਹੀ ਆ। ਫਿਰ ਇਹਨੂੰ ਚਾਹੇ ਇਹਨੂੰ ਲੋਕਾਂ ਦਾ ਮੀਡੀਆ ਕਿਹਾ ਜਾਂਦਾ ਜਿਹੜਾ ਸੋਸ਼ਲ ਮੀਡੀਆ, ਕਿਉਂਕਿ ਜਿਹਦੇ ਕੋਲ ਮੋਬਾਈਲ ਆ ਉਹ ਆਪਦੇ ਵਿਚਾਰ ਦੇ ਸਕਦਾ। ਪਰ ਇਹਨੂੰ ਵੀ ਕੰਟਰੋਲ ਕਰਨ ਵਾਸਤੇ ਜਿਹੜੀਆਂ ਵੱਡੀਆਂ ਤਾਕਤਾਂ ਹੈਗੀਆਂ ਜਿਨ੍ਹਾਂ ਕੋਲ ਵੱਧ ਪੈਸੇ, ਉਹਨਾਂ ਨੇ ਪਾਰਟੀਆਂ, ਉਹਨਾਂ ਨੇ ਆਪਣੀਆਂ ਟੀਮਾਂ ਬਣਾਈਆਂ। ਇਹਦੇ ਤੇ ਬਹੁਤ ਡਿਸਇਨਫਰਮੇਸ਼ਨ ਤੇ ਮਿਸਇਨਫਰਮੇਸ਼ਨ ਹੁੰਦੀ ਹੈ। ਅਸੀਂ ਗਲਤ ਜਾਣਕਾਰੀ ਉਹਦੇ ਤੇ ਹੁੰਦੀ ਆ। ਡਿਸਇਨਫਰਮੇਸ਼ਨ ਹੁੰਦੀ ਹੈ ਗੁੰਮਰਾਹਕੁਨ ਜਾਣਕਾਰੀ, ਜਾਣ ਬੁੱਝ ਕੇ ਜਿਹੜੀ ਹੈਗੀ ਆ ਵਿਗਾੜ ਕੇ ਜਾਣਕਾਰੀ ਦੇਣੀ, ਉਹ ਆਈ। ਇਹਦੇ ਨਾਲ ਹੀ ਜਿਹੜੀ ਹੈਗੀ ਹੈ ਇਸ ਦੌਰ ਦੇ ਵਿੱਚ ਹੀ ਰਾਜਨੀਤਿਕ ਸਥਿਤੀ ਚੇਂਜ ਹੋਈ। ਤੁਹਾਨੂੰ ਪਤਾ ਪਿਛਲੇ 7-8 ਸਾਲ ਤੋਂ ਸੱਤਾ ਦੇ ਵਿੱਚ ਜਿਹੜੀ ਆ ਉਹ ਧਿਰਾਈ ਜਿਹੜੀ ਵਿਗਿਆਨ ਦੇ ਪੂਰੀ ਤਰ੍ਹਾਂ ਹੀ ਵਿਰੋਧੀ ਹੈਗੀ ਆ, ਪੁਰਾਤਨ ਪੰਥੀ ਸੋਚਦੀ ਆ, ਭਾਵ ਆਪਣਾ RSS ਬੈਕ ਕਰ ਰਹੀ। ਇਹ ਆਪਾਂ ਕਹਿ ਸਕਦੇ ਹਾਂ ਕਿ ਪਹਿਲਾਂ ਕਾਂਗਰਸ ਸੀ ਉਹ ਵੀ ਇਹੀ ਕੁਛ ਕਰਦੀ ਸੀਗੀ, ਹੈ ਨਾ। ਉਹ ਵੀ ਧਾਰਮਿਕ ਮਤਲਬ ਜਿਹੜੇ ਹੈਗੇ ਆ ਉਹ ਇਸ ਤਰ੍ਹਾਂ ਵਿਗਿਆਨਕ ਸੋਚ ਦੀ ਤਾਂ ਹੈ ਨਹੀਂ ਸੀ। ਪਰ ਜੇ ਉਹ ਵਿਗਿਆਨਕ ਸੋਚ ਦੀ ਧਾਰਨੀ ਨਹੀਂ ਸੀ, ਵਿਗਿਆਨ ਦਾ ਉਹ ਇੰਨਾ ਮਤਲਬ ਵਿਚਾਰਧਾਰਕ ਤੌਰ ਤੇ ਵਿਰੋਧੀ ਵੀ ਨਹੀਂ ਸੀ। ਵਿਚਾਰਧਾਰਕ ਤੌਰ ਤੇ ਤਾਂ ਸਗੋਂ ਮੰਨਦੇ ਹੀ ਸੀ ਵਿਗਿਆਨ ਦਾ। ਦੂਜੀ ਗੱਲ ਇਹ ਆ ਵੀ ਉਹ ਫਿਰਕਾ ਪ੍ਰਸਤੀ ਜਿਹੜੀ ਸਾਡੇ ਸਮਾਜ ਦੇ ਵਿੱਚ ਪਹਿਲਾਂ ਪਈ ਆ ਉਹਨੂੰ ਵਰਤਦੀ ਸੀ ਕਾਂਗਰਸ। ਜਿਹੜੀ ਇਹ ਹੈਗੀ ਆ ਧਿਰ RSS BJP ਵਾਲੀ, ਇਹ ਫਿਰਕਾ ਪ੍ਰਸਤੀ ਪੈਦਾ ਕਰਦੀ ਆ ਫਿਰ ਉਹਨੂੰ ਵਰਤਦੀ। ਸੋ ਇੱਕ ਤਾਂ ਸਮਾਜ 'ਚ ਪਈ ਨੂੰ ਵਰਤਣਾ, ਇੱਕ ਹੈਗਾ ਨਵੀਂ ਪੈਦਾ ਕਰਕੇ ਉਸ ਨੂੰ ਹੀ ਜਿਹੜਾ ਹੈਗਾ ਆਪਦੀ ਸਿਆਸਤ ਦਾ ਆਧਾਰ। ਸੋ ਇਹ ਸਾਡੇ ਅੱਗੇ ਵੱਡੀਆਂ ਜਿਹੜੀਆਂ ਹੈਗੀਆਂ ਇਹਦੇ ਨਾਲ ਧਾਰਮਿਕ ਰੁਝਾਨ ਵਿੱਚ ਵੀ ਇਹ ਜਿਹੜਾ RSS ਦੇ ਵਿੱਚ ਜੋ ਹਿੰਦੂਤਾਵਾਦ ਹੋਇਆ ਉਹਦੇ ਪ੍ਰਤੀਕਰਮ ਵਜੋਂ ਸਿੱਖ ਮੁਸਲਿਮ ਧਰਮਾਂ ਵਿੱਚ ਵੀ ਕੱਟੜਤਾ ਆਈ ਆ। ਤੁਸੀਂ ਇੱਥੇ ਮੁਸਲਮਾਨ ਬਹੁਤ ਸਾਰੇ ਆਪਣੇ ਦੇਖਦੇ ਹੋਵੋਗੇ ਦਾੜੀਆਂ ਵਧੀਆਂ ਹੋਈਆਂ ਹਨ, ਪਹਿਲਾਂ ਇੰਨਾ ਨਹੀਂ ਸੀਗੀ। ਕੱਟੜ ਧਰਮ ਤਾਂ ਚਲੋ ਸਾਰੇ ਹੀ ਹੁੰਦੇ ਹੈਗੇ ਆ। ਸਿੱਖਾਂ ਦੇ ਵਿੱਚ ਵੀ ਜਿਹੜੀ ਹੈਗੀ ਇੱਕ ਧਾਰਮਿਕਤਾ ਸਾਡੇ ਮਾਲਵੇ ਦੇ ਵਿੱਚ ਬਹੁਤ ਘੱਟ ਸੀਗੀ। ਮਤਲਬ ਮੈਂ ਪਰਸਨਲ ਇੱਕ ਉਦਾਹਰਨ ਦੇਣਾ, ਪਿਛਲੇ ਹਫ਼ਤੇ ਹੀ ਮੇਰਾ ਸਾਧੂ ਵੀ ਸੀ, ਉਹਦਾ
ਉਹਦਾ ਸਿਰ ਵੱਜਿਆ ਕਿਤੇ ਤੇ ਉਹਦੇ ਨਾਲ ਉਹਦਾ ਪਰਦਾ ਹਿੱਲ ਗਿਆ ਅੱਖ ਦਾ। ਮੈਂ ਉਹਦਾ ਪਤਾ ਲੈਣ ਗਿਆ, ਮੈਂ ਆਖਿਆ ਵੀ ਕੀ ਗੱਲ ਹੋ ਗਈ? ਕਹਿੰਦਾ ਆਪਣੇ ਉਹ ਪੂਜਾ ਰੂਮ ਆ ਨਾ, ਮੈਂ ਉੱਥੇ ਪਾਠ ਕਰਕੇ ਸੁਬਾਹ ਉੱਠਣ ਲੱਗਾ ਤੇ ਤਾਂ ਸਿਰ ਵੱਜਿਆ, ਸ਼ਾਇਦ ਉਹਦੇ ਨਾਲ ਵੀ ਇਹ ਝਟਕਾ। ਮਤਲਬ ਮੈਨੂੰ ਬੜੀ ਹੈਰਾਨੀ ਹੋਈ ਵੀ ਮਾਲਵੇ ਦਾ, ਬਠਿੰਡੇ ਫਰੀਦਕੋਟ ਇਲਾਕੇ ਦਾ ਕਿਸਾਨ ਪਰਿਵਾਰ ਦੇ ਨਾਲ ਸੰਬੰਧਿਤ ਬੰਦਾ ਜਿਹਨੂੰ ਸੁਬਾਹ ਖੇਤ ਜਾਣਾ ਚਾਹੀਦਾ, ਉਹਦੀ ਬਜਾਏ ਉਹ ਸੁਬਾਹ ਇੱਕ ਪੂਜਾ ਰੂਮ ਬਣਾਇਆ। ਸਾਡੇ ਪੂਜਾ ਰੂਮ ਕਿੱਥੇ ਹੁੰਦੇ ਸੀਗੇ, ਹੈ ਜ਼ਿਮੀਂਦਾਰਾਂ ਦੇ ਪੂਜਾ ਰੂਮ ਬਣਾਇਆ, ਉਹਦੇ ਸੁਬਾਹ ਪਾਠ ਕਰਦਾ। ਮਤਲਬ ਇੱਕ ਧਾਰਮਿਕ ਜਿਹੜੀ ਹੈਗੀ ਆ ਇਹ ਕੱਟੜਤਾ, ਇਹ ਵੀ ਜਿਹੜੀ ਹੈਗੀ ਆ ਪੈਦਾ ਹੋਈ ਹੈ। ਸੋ ਇਹਦੇ ਕਰਕੇ ਸਾਨੂੰ ਲੱਗਦਾ ਹੈਗਾ ਕਿ ਇੱਕ ਅਸੀਂ ਤਰਕਸ਼ੀਲ ਸੁਸਾਇਟੀ ਕੁਛ ਖੜੋਤ ਦਾ ਸ਼ਿਕਾਰ ਲੱਗਦੀ ਹੈਗੀ। ਆਪਾਂ ਇਹ ਮਸਲੇ ਵਿਚਾਰਨੇ ਆ ਕਿਉਂਕਿ ਪਹਿਲਾਂ ਤਾਂ ਮੰਨਣਾ ਪਊਗਾ ਨਾ ਸਾਨੂੰ ਉਹਨਾਂ ਫਲਾ ਜਿਵੇਂ ਉਸ ਦੌਰ ਦੇ ਵਿੱਚ ਲਹਿ ਰੰਗ ਉੱਠੇ ਸੀ, ਅਸੀਂ ਉਵੇਂ ਨਹੀਂ ਹੋਏ। ਇਹਦੇ 'ਚ ਇੱਕ ਤਾਂ ਉਹ ਵੀ ਗੱਲ ਆ ਕਿ ਜਿਹੜੀ ਆਪਣੇ ਜੀਰਖ ਹੋਰਾਂ ਨੇ ਵੀ ਕਹੀ ਕਿ ਜਿਹੜੀਆਂ ਨਵੀਆਂ ਰਾਜਨੀਤਿਕ ਤੇ ਸਮਾਜਿਕ ਚੁਣੌਤੀਆਂ, ਅਸੀਂ ਉਹਨਾਂ ਦਾ ਟਾਕਰਾ ਕਰਨ ਦੇ ਵਿੱਚ ਕੁਛ ਆਪਦੇ ਆਪ ਨੂੰ ਊਣੇ ਮਹਿਸੂਸ ਕਰ ਰਹੇ ਹਾਂ ਵੀ ਜਿੱਡੀ ਵੱਡੀ ਉਹ ਤਾਕਤ ਆ, ਉਹਦੇ ਮੁਕਾਬਲੇ ਤਾਕਤ ਸਾਡੀ ਇੱਕ ਉਨੀ ਨਹੀਂ ਲੱਗਦੀ। ਠੀਕ ਹੈ, ਇਹ ਵੀ ਇੱਕ ਯਾਨੀ ਜਿਹੜਾ ਹੈਗਾ ਸਮੱਸਿਆਵਾਂ ਦੇ ਵਿੱਚ ਆ ਜਿਨ੍ਹਾਂ ਨੂੰ ਅਸੀਂ ਟੈਕਲ ਕਰਨਾ ਹੈਗਾ। ਇੱਕ ਵੱਡੀ ਗੱਲ ਇਹ ਆ ਕਿ ਨਵੇਂ ਤੇ ਨੌਜਵਾਨ ਵਰਗ ਦਾ ਜਿਹੜਾ ਸੁਸਾਇਟੀ 'ਚ ਦਾਖਲਾ ਉਹ ਘੱਟ ਹੋ ਰਿਹਾ। ਆਪਾਂ ਇਹ ਵੀ ਵਿਚਾਰਾਂਗੇ, ਤੁਸੀਂ ਵੀ ਇਹ ਸੁਝਾਅ ਦਿਓ ਵੀ ਇਹਨੂੰ ਕਿਵੇਂ, ਕਿਉਂਕਿ ਨੌਜਵਾਨ ਵਰਗ ਤੋਂ ਬਿਨਾਂ ਜਥੇਬੰਦੀਆਂ ਦਾ ਜਾਂ ਕੋਈ ਵੀ ਧਿਰ ਆ ਉਹ ਬਹੁਤਾ ਵਿਕਾਸ ਨਹੀਂ ਕਰ ਸਕਦੀ। ਆਪਾਂ ਇਹਨੂੰ ਕਿਵੇਂ ਲਿਆਉਣਾ, ਮੈਂ ਇੱਥੋਂ ਵੀ ਆਪਣੇ ਚਿਹਰਿਆਂ ਤੋਂ ਦੇਖਿਆ ਜਾ ਸਕਦਾ ਹੈਗਾ ਕਿ ਵਿੱਚ ਬਹੁਤ ਘੱਟ ਪਰਸੈਂਟੇਜ ਆ। ਤੀਜਾ ਹੈਗਾ ਸੁਸਾਇਟੀ ਵੱਲੋਂ ਜਿਹੜੇ ਨਵੇਂ ਵਿਚਾਰ ਆ, ਨਵੇਂ ਕਾਰਜ ਆ, ਨਵੇਂ ਕੰਮ ਢੰਗ ਆ, ਨਵੀਂ ਕਿਸਮ ਦੀਆਂ ਸਰਗਰਮੀਆਂ, ਉਹਦੇ ਵਿੱਚ ਦੇਣ 'ਚ ਵੀ ਅਸੀਂ ਪਿੱਛੇ ਰਹਿ ਰਹੇ ਹਾਂ। ਸੁਸਾਇਟੀ ਦਾ ਪ੍ਰਭਾਵ ਨਵੇਂ ਵਰਗਾਂ ਦੇ ਵਿੱਚ ਉਵੇਂ ਨਹੀਂ ਜਾ ਰਿਹਾ ਹੈ। ਖਾਸ ਆਪਾਂ ਗੱਲ ਕਰਾਂਗੇ ਕਿ ਕਿਵੇਂ ਲਿਜਾਇਆ ਜਾਵੇ। ਮੈਂਬਰਾਂ ਦੇ ਵਿੱਚ ਵੀ ਇੱਕ ਜਿਹੜੀ ਸ਼ਿੱਦਤ ਹੁੰਦੀ ਸੀ ਨਾ, ਜਿਵੇਂ ਅਸੀਂ ਤਰਕਸ਼ੀਲੋਂ ਸ਼ੁਰੂ ਦੇ ਵਿੱਚ ਕਾਫਲੇ ਕੱਢਣੇ ਇੱਕ ਪਿੰਡ 'ਚੋਂ ਫਿਰ ਦੂਜੇ ਪਿੰਡ 'ਚ, ਮਤਲਬ ਹਰ ਵਕਤ ਚਾਰਜ ਹੀ ਰਹਿਣਾ ਵੀ ਫਲਾਣੇ ਪਿੰਡ 'ਚ ਨਾਟਕ ਕਰਾਉਣਾ, ਵੱਡਾ ਮੇਲਾ ਕਰਾਉਣਾ। ਤੇ ਉਹ ਸ਼ਿੱਦਤ ਦੀ ਬਜਾਏ ਹੁਣ ਜਿਹੜਾ ਹੈਗਾ ਹੈ ਵੀ ਸਾਡੇ ਜੋ ਥੋੜਾ ਜਿਹਾ ਵੀ ਜਿਹੜਾ ਰੂਟੀਨ ਦਾ ਚੱਲੀ ਜਾਂਦਾ ਕੰਮ, ਖਾਣਾ ਪੂਰਤੀ ਜੀ ਉਵੇਂ ਵੱਧ ਹੋਈ ਹੋਈ। ਇਹ ਜਿਹੜੀ ਖੜੋਤ ਆ, ਇਹ ਆਪਾਂ ਨੂੰ ਜਿਹੜੇ ਵੀ ਵਿਗਿਆਨਕ ਸੋਚ ਦੇ ਧਾਰਨੀ ਉਹਨਾਂ ਨੂੰ ਪਤਾ ਵੀ ਖੜੋਤ ਵਾਲਾ ਦੌਰ ਬਹੁਤਾ ਚੱਲ ਨਹੀਂ ਰਹਿ ਸਕਦਾ, ਜਾਂ ਥੱਲੇ ਨਹੀਂ ਜਾਂਦਾ ਜਾਂ ਉੱਤੇ ਨਹੀਂ ਜਾਂਦਾ। ਇਹ ਖੜੋਤ ਟੁੱਟ ਕੇ ਅਸੀਂ ਵਿਕਾਸ ਦੇ ਰਾਹ ਪਏ ਹੋਏ ਆ। ਮੈਂ ਕਿਉਂ ਕਹਿ ਰਿਹਾ, ਇਹ ਨਹੀਂ ਮੈਂ ਕੋਈ ਕੱਲਾ ਤੁਹਾਨੂੰ ਵੀ ਇਹ ਕੋਈ ਹੌਸਲਾ ਦੇਣ ਵਾਸਤੇ ਜਾਂ ਮੋਟੀਵੇਟ ਕਰਨ ਵਾਸਤੇ ਕਹਿ ਰਿਹਾ। ਇਹਦੇ ਵੀ ਬਾਹਰਮੁਖੀ ਕਾਰਨ ਆ ਕਿ ਸਾਡਾ ਅੰਤਰਮੁਖੀ ਵੀ ਆ, ਬਾਹਰਮੁਖੀ ਕਾਰਨ ਵੀ ਆ ਵੀ ਸਾਡਾ ਇਹ ਖੜੋਤ ਦਾ ਦੌਰ ਹੁਣ ਟੁੱਟ ਕੇ ਅਸੀਂ ਅੱਗੇ ਨੂੰ ਵਧਣਾ ਹੈ। ਕਾਰਨ ਕੀ ਹੈ? ਇੱਕ ਤਾਂ ਸਾਡੀ ਇਹਦੀ ਲੋੜ ਬਹੁਤ ਵੱਡੀ ਹੈ। ਸਮਾਜ ਨੂੰ ਜਿਹੜੀਆਂ ਚੀਜ਼ਾਂ ਦੀ ਲੋੜ ਹੋਵੇ ਉਹ ਸੰਸਥਾਵਾਂ ਜਿਹੜੀਆਂ ਉਸ ਲੋੜ ਨੂੰ ਪੂਰਾ ਕਰਨ ਲਈ ਕੰਮ ਕਰ ਰਹੀਆਂ, ਸਮਾਜ ਆਪਣੇ ਆਪ ਉਹਨਾਂ ਨੂੰ ਹੰਗਾਰਾ ਦਿੰਦਾ। ਅੱਜ ਜਿਹੜੀ ਆ RSS ਦਾ ਇੱਕ ਜੋ ਜਿਸ ਕਿਸਮ ਦਾ ਉਹ ਸਮਾਜ ਦੇ ਵਿੱਚ ਪਿਛਾਂ ਖਿੱਚੂ ਵਿਚਾਰ ਲਿਆ ਰਹੀ ਆ, ਫਿਰਕਾ ਪ੍ਰਸਤੀ ਲਿਆ ਰਹੀ ਆ, ਸਿਸਟਮ ਨੂੰ ਜਿਸ ਤਰ੍ਹਾਂ ਪਾਸੇ ਵੱਲ ਲਿਜਾ ਰਹੀ ਆ, ਉਹ ਹਰੇਕ ਸੂਝਵਾਨ, ਹਰੇਕ ਸੰਵੇਦਨਸ਼ੀਲ ਬੰਦੇ ਤੋਂ ਇਹ ਮੰਗ ਕਰ ਰਿਹਾ ਹੈ ਕਿ ਅਸੀਂ ਇਸ ਦੇ ਖਿਲਾਫ ਜਿਹੜਾ ਹੈਗਾ ਕੁਛ ਕਰੀਏ। ਦੂਜੀ ਗੱਲ ਆ ਜਿਹੜਾ ਵਿਗਿਆਨ ਤੇ ਟੈਕਨੋਲੋਜੀ ਦਾ ਵਿਕਾਸ ਹੈ, ਇਹ ਵੀ ਸਾਡੇ ਪੱਖ ਦੇ ਵਿੱਚ ਇਹ ਜਾਣਾ ਹੈ। ਚਾਹੇ ਸਾਨੂੰ ਵਿਗਿਆਨ ਦੇ ਵਿਕਾਸ ਦੇ ਵਿੱਚ ਕੁਛ ਸਮੱਸਿਆਵਾਂ ਆ ਜਾਂਦੀਆਂ ਹਨ, ਪਰ ਉਹ ਸਮੱਸਿਆਵਾਂ ਨੂੰ ਹੱਲ ਕਰਕੇ ਫੇਰ ਅੱਗੇ ਵਧਣਾ। ਸਾਡਾ ਜਿਹੜਾ ਟਕਰਾਅ ਹੈ, ਦੂਜੇ ਪਾਸੇ ਇੱਕ ਗੱਲ ਹੋਰ ਹੈ ਕਿ ਇਹ ਜਿਹੜੀਆਂ ਬਾਹਰਮੁਖੀ ਚੁਣੌਤੀਆਂ ਇਹਨੂੰ ਟੱਕਰਨ ਵਾਸਤੇ ਜਥੇਬੰਦੀਆਂ ਹੋਰ ਵੀ ਲੜ ਰਹੀਆਂ। ਸਾਡੀ ਸਮਰੱਥਾ ਮੈਨੂੰ ਲੱਗਦਾ ਹੋਰ ਜਥੇਬੰਦੀਆਂ ਨਾਲੋਂ ਕਾਫੀ ਵਾਹਵਾ ਹੈਗੀ ਹੈ, ਤਕੜੀ ਹੈ। ਇਹ ਨਹੀਂ ਹੈਗਾ ਕਿ ਅਸੀਂ ਸੋਚੀਏ ਵੀ ਸਾਡੇ ਕੋਲੇ ਤਾਂ ਬਹੁਤ ਘੱਟ ਆ। ਦੇਖੋ ਕਿਸੇ ਜਿਹੜੀ ਗਾਂਹ ਵਧੂ ਜਥੇਬੰਦੀ ਆ ਉਹਦਾ 14,000 ਮੈਗਜ਼ੀਨ ਕਿਸੇ ਦਾ ਨਹੀਂ ਜਾ ਰਿਹਾ ਹੈ ਨਾ, ਸਿਰਫ 2-4 ਹਜ਼ਾਰ ਤੱਕ 1000
1500 तक कीमत दो। असी हर मान लो 2 महीनों बाद 12,000 पंजाबी 2,000 हिंदी का मैगजीन 14,000 लोग घर जाता है तो वह असर भी होगा है। मटीरियल एस्पैक्ट होंदा हरेक जथेबंदी का साडे कोले साडा अपना वड्डा भवन आ, उस तो बिना 5-6 शहरों के जिमें आ चलो तुसी जिस तरह भी है ये मुहाली उन्होंने जरनैल क्रांति जी ने बहुत वधिया मार्केट के एक पूरा ही वो सोसाइटी के नाम कराता। बठिंडे भी है, इस तरह बरगाड़ी है, मतलब ये साडियां जगह जिथे असी रोज़ इकट्ठे हो सकते हैं, मिल सकते हैं। वैन है बहुत साडे कोले साधन आ, सहत बहुत वड्डी मात्रा दे विच साडे कोले हैगा। इकाइयां काफ़ी आ साडे कोले उवें पंजाब पद्धर चाहे साडी इच्छा तो है भी हर पिंड दे विच हर इलाके दे विच होवे, पर फिर भी जिहड़ियां हैगियां 80-90 इकाइयां ते जिहदे विच हरेक दे विच जे बहुते नहीं तो 2-4 वर्कर तो हरेक दे विच हैगे ही आ साडे, क्योंकि नियम इन्ने क सख्त हैगे आ। तो उस पक्षों एक ये ताकत बनती है। तरकशीलों का एक धारा वजों एक वड्डी गल ये है कि इनू सारे समाज के एक धारा वजों विचारधारा वजों मानता है। तुसी कदे पंजाबी ट्रिब्यून की संपादकी दे विच मैं पिछले मतलब साल दे विच नोट किया भी घट्टो घट्ट 8-10 बार उहदियां संपादकियां दे विच जदों भी वो जिक्र करता है कि पिछां खिच्चो जो समाज दे विच जो कुछ माड़ा वापरिया उहदे खिलाफ लड़न वालियां किहड़ियां धिरां हैं, तां उहदे विच जिथे होर जमहूरी गांह वधू धिरां दा नाम आउंदा उत्थे तरकशील विचारधारा दा हमेशा ही लिखिया हुंदा कि तरकशील गांह वधू जमहूरी धिरां नूं ये जिहड़ा हैगा कार्य इहनूं ऐं टक्करन दी लोड़ आ। चलो जो भी उन्हां दा सुझाव हुंदा। सो इस तरह एक मतलब पंजाब दे विच तकरीबन हर बंदा एक जानता है कि एक तरकशील हुंदे आ, तरकशील एक विचारधारा है। ये आ गल्लां चलो दे बारे कुछ नूं ऐं लगदा भी एवें रब खिलाफ लड़दे रहिंदे, कोई नूं ये लगदा कि ये भूतां प्रेतां जां उन्हां दे जादू टूणियां ते ही लड़दे आ। ये पर एक गल है कि सब तक साडा जिहड़ा हैगा ना पहुंचिया। सो ये जिहड़ा विकास मतलब आपां नूं पता है कि वह सीधी रेखा दे विच नहीं चलदा गा। इहदे तो जदों भी किते खड़ोत आउंदी है थोड़ा जिहा निराश होण दी लोड़ नहीं। विकास हमेशा जिन्हों आपां कहंदे आ स्पाइरल मतलब ऐं चक्राकार ढंग नाल उत्ते नूं चढ़दा। असीं उस समस्यावां हर काम करदे आउंदियां, फिर असीं उन्हां नूं हल करदे आ ते फिर उस तो जिहड़ा हैगा अगे वध। हुण आपां जिहड़ा हैगा RSS बारे जां जिहड़ियां बाहरमुखी हालतां है, देखो एक तो गल ये आ भी साडा एक तो है साडी समर्था हैगी है, क्योंकि दूजी गल ये साडा खेतर इक्को आ। RSS ने किस खेतर च काम किया? समाजिक ते सभ्याचारक खेतर में समाजिक कार्य करती है, सभ्याचार करती है, वो राजनीति उन्होंने उभरी है। साडा भी जिहड़ा हैगा काम का खेतर समाजिक ते सभ्याचारक खेतर है। फर्क इन्ना ही आ भी वो गड्डी आए नूं आ रही है, अपनी आए नूं जा रही है। दो उल्ट दिशावां च सभ्याचारक खेतर दे विच, सोच के खेतर विच, विचारधारक खेतर विच दो उल्ट पासिआं नूं ਜਿਹੜੀਆਂ ਹੈਗੀਆਂ ट्रेनां आ रही तो टकराव होना ही है। ठीक है ना, ये टकराव नूं मतलब असीं किस ढंग नाल नजिठदे हां, ये साडे अगे जिहड़ा हैगा सवाल आ। क्योंकि जिवें भी एक लाइन ते दो गड्डियां आ रही हुण उल्ट दिशा चों तां उन्हां ने टकराउणा। हुण वो काम किवें कर रहे हैं? उन्हां दा सब तो पहला तो हैगा वो विग्यान नूं बहुत सूखम ढंगां नाल रद्द करदे आ। वो पुरानियां जिहड़ियां हैगियां देसी दवाइयां नूं, जड़ी बूटियां नूं खेती दे विच उन्हां दा पिछले 20 साल तो एक वर्कर जिहड़ा कि उन्हां दे बहुत पंच जने मैगजीन दे विच रहा, मिंदर दत्त उत्थे जैतों बैठा एक डेरे दे विच, सारे वो कुदरती खेती दा दे नां ते प्रचार कर रहे। असल दे विच साडे भी बहुत सारे बंदियां नूं ऐं लगदा भी ठीक आ जी आ बजैरां हो गईयां, आ हो गईयां, पर है कि असल दे विच वो की चाहुंदे आ कि जिहड़ी हैगा पुरातन सिस्टम नूं ओह मनदे आ कि जो क्योंकि उन्हां दी विचारधारा ये आ
ਵੀ ਜੋ ਪੁਰਾਤਨ ਕਾਲ ਦੇ ਵਿੱਚ ਮੌਰੀਆ ਕਾਲ 'ਚ ਗੁਪਤਾ ਕਾਲ 'ਚ ਜਦੋਂ ਹਿੰਦੂ ਸਮਰਾਟਾਂ ਦਾ ਇੱਥੇ ਰਾਜ ਸੀ, ਉਹ ਸਾਡਾ ਗੋਲਡਨ ਪੀਰੀਅਡ ਸੀਗਾ। ਉਸ ਦੇ ਅਨੁਸਾਰ ਹੀ ਅਸੀਂ ਚੱਲਣਾ ਹੈਗਾ। ਉਹ ਸਾਰੇ ਆਪ ਜੋ ਮਤਲਬ ਸਾਡਾ ਹੁਣ ਦਾ ਵਿਕਾਸ ਆ, ਇਹਨੂੰ ਸਾਰੇ ਨੂੰ ਵਰਤ ਲੈਂਦੇ ਆ, ਪਰ ਅਸਲ ਦੇ ਵਿੱਚ ਵਿਚਾਰਧਾਰਕ ਤੌਰ ਤੇ ਜਿਹੜਾ ਹੈਗਾ ਰੱਦ ਕਰਦੇ ਹੈਗੇ ਆ। ਉਹ ਜਦੋਂ ਕਰੋਨਾ ਹੋਇਆ, ਇਹਦੇ ਵੀ ਜਿਹੜਾ ਹੈਗਾ ਮਤਲਬ ਇਹਦੇ ਇਲਾਜ ਲਈ ਉਹ ਰਾਮਦੇਵ ਨਹੀਂ ਲਿਆ ਸੀ ਕੋਰੋਨਲ ਇੱਕ ਵੀ ਮੈਂ ਜੀ ਆਯੁਰਵੈਦਿਕ ਇਲਾਜ ਚੱਲਣਾ ਕਰਨਾ ਉਹਨੇ ਕੀ ਸੀਗਾ। ਉਹ ਤਾਂ ਚਲੋ ਪ੍ਰੈਕਟਿਸ ਦੇ ਵਿੱਚ ਉਹ ਫੇਲ ਹੋ ਗਈ, ਫਿਰ ਤੇ ਉਹਨਾਂ ਨੂੰ ਉਹੀ ਜਿਹੜੀ ਵਿਗਿਆਨਿਕ ਢੰਗ ਵਾਲੀ ਹੈਗੀ ਆ ਢੰਗ ਉਹੀ ਕਰਨਾ ਪਿਆ ਹੈਗਾ। ਇਹ ਗੱਲਾਂ ਸਾਡੇ ਵੀ ਜਿਵੇਂ ਹੈਗਾ ਜੀ ਰਣਜੀਤ ਸਿੰਘ ਦਾ ਰਾਜ ਬੜਾ ਵਧੀਆ ਸੀ, ਉਦੋਂ ਤਾਂ ਬੜੇ ਪੜ੍ਹੇ ਲਿਖੇ ਸੀਗੇ, ਐਵੇਂ ਮਤਲਬ ਉਹਦੇ ਬਾਰੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਹੈਗੀਆਂ ਕਿ ਹਾਲਾਂਕਿ ਕੋਈ ਇਹੋ ਜਿਹਾ ਸਬੂਤ ਨਹੀਂ ਮਿਲਦਾ ਗਾ ਕਿ ਉਦੋਂ ਸਭ ਬਹੁਤ ਸਾਡੇ ਜੀ ਸਿੱਖਿਆ ਬਹੁਤ ਸੀਗੀ, ਫਿਰ ਉਹ ਕਿੱਥੇ ਗਈ। ਇਹ ਗੱਲਾਂ ਮਤਲਬ ਯੋਜਨਾਬੱਧ ਢੰਗ ਨਾਲ ਇੱਧਰ ਵੀ ਪ੍ਰਚਾਰੀਆਂ ਜਾ ਰਹੀਆਂ ਜਿਵੇਂ ਉਹ ਪ੍ਰਚਾਰ ਰਹੇ ਹੈਗੇ RSS ਵਾਲੇ। ਉਹ RSS ਵੱਲੋਂ ਜੋ ਹੋਰ ਮਤਲਬ ਮੇਨ ਪੁਰਾਤਨ ਭਾਰਤ ਦੇ ਵਿੱਚ ਜਿਵੇਂ ਜਾਤ ਪਾਤ ਉਵੇਂ ਉਹ ਜਾਤ ਪਾਤ ਦੇ ਹੱਕ ਦੇ ਵਿੱਚ ਬੋਲਦੇ ਹੈਗੇ ਆ, ਕਿਉਂਕਿ ਉਹਨਾਂ ਦਾ ਜਿਹੜੇ ਦਸਤਾਵੇਜ਼ ਆਉਂਦੇ ਆ ਅਸਲ ਦੇ ਅੰਦਰੂਨੀ ਦਸਤਾਵੇਜ਼, ਉਹਨਾਂ ਵਿੱਚ ਤਾਂ ਉਹ ਸਿੱਧਾ ਹੀ ਕਹਿੰਦੇ ਹੈਗੇ ਨਾ ਵੀ ਸਾਡੇ ਤਾਂ ਉਹ ਜੀ ਮਨੋ ਸਿਮਰਤੀ ਤੇ ਉਹ ਜੋ ਕੁਝ ਚਾਹੀਦੀ ਹੈ। ਠੀਕ ਹੈ ਨਾ। ਇੱਕ ਗੱਲ ਹੋਰ ਆ ਕਿ ਜਿਹੜਾ ਇਲੈਕਟ੍ਰੋਨਿਕ ਤੇ ਪ੍ਰਿੰਟ ਮੀਡੀਆ ਉਹ ਸਾਰਾ ਉਹਨਾਂ ਨੇ ਆਪਣੇ ਕਬਜ਼ੇ 'ਚ ਕੀਤਾ ਹੋਇਆ ਹੈ ਨਾ। ਇਸ ਕਰਕੇ ਵੀ ਸਾਡੀ ਲੜਾਈ ਜਿਹੜੀ ਆ, ਕਿਉਂਕਿ ਅਸੀਂ ਵੀ ਉਹਨੂੰ ਵਰਤਣ ਦੇ ਵਿੱਚ ਇੱਕ ਤਾਂ ਪਿੱਛੇ ਆ, ਕਿ ਸਾਡੇ ਕੋਲੇ ਜਿਹੜੇ ਆਹ ਢੰਗ ਆ ਕਿ ਲੋਕਾਂ ਨਾਲ ਸਿੱਧਾ ਰਾਬਤਾ ਕਰਕੇ ਇਹਨੂੰ ਹੋਰ ਵਿਕਸਿਤ ਜਿਹੜਾ ਹੈਗਾ ਕਰਨ ਦੀ ਲੋੜ ਆ। ਸੋ ਜਦੋਂ ਈਸਾਈ ਧਰਮ ਨੇ ਇਹ ਗੱਲਾਂ ਕੀਤੀਆਂ ਕਿ ਸਾਨੂੰ ਸਾਰੇ ਮਨੁੱਖਾਂ ਨਾਲ ਪਿਆਰ ਕਰਨਾ ਚਾਹੀਦਾ ਹੈ, ਦਇਆ ਕਰਨੀ ਚਾਹੀਦੀ ਆ ਸਾਥੀ ਮਨੁੱਖਾਂ ਤੇ, ਤਾਂ ਉਹ ਗੱਲਾਂ ਉਹਨਾਂ ਨੂੰ ਮਤਲਬ ਆਮ ਲੋਕਾਂ ਨੂੰ ਜੱਟੀਆਂ। ਉਸ ਲੋੜ ਦੇ ਵਿੱਚੋਂ ਜਿਹੜਾ ਹੈਗਾ ਆਪਾਂ ਨੂੰ ਪਤਾ ਵੀ ਈਸਾਈ ਧਰਮ ਬਹੁਤ ਛੇਤੀ ਫੈਲ ਗਿਆ ਤੇ ਚੌਥੀ ਸਦੀ ਤੱਕ ਇਹ ਉੱਥੇ ਰਾਜ ਧਰਮ ਵੀ ਬਣ ਗਿਆ। ਚੌਥੀ ਸਦੀ ਤੋਂ ਲੈ ਕੇ 14ਵੀਂ ਸਦੀ ਤੱਕ ਜਿਹੜਾ ਹੈਗਾ ਇੰਨੀ ਮੋਨੋਪਲੀ ਹੋ ਗਈ ਈਸਾਈ ਧਰਮ ਦੀ ਕਿ ਕਿਸੇ ਵੀ ਵੱਖਰੇ ਵਿਚਾਰ ਨੂੰ ਇੱਥੋਂ ਤੱਕ ਕਿ ਲਾਇਬ੍ਰੇਰੀਆਂ ਸਾੜਤੀਆਂ। ਆਪਾਂ ਨੂੰ ਪਤਾ ਵੀ ਚੌਥੀ ਸਦੀ ਦੇ ਵਿੱਚ ਜਿਹੜੀ ਅਲੈਗਜ਼ੈਂਡਰੀਆ ਦੀ ਲਾਇਬ੍ਰੇਰੀ ਆ, ਜਿਹਦੇ ਵਿੱਚ ਕਿਹਾ ਜਾਂਦਾ ਕਿ ਉਸ ਸਮੇਂ 4 ਲੱਖ ਕਿਤਾਬਾਂ ਤਾਂ ਨਹੀਂ ਉਹਨਾਂ ਨੂੰ ਕਹਿ ਸਕਦੇ, ਭੋਜ ਪੱਤਰਾਂ ਜਿਵੇਂ ਵੀ ਉਦੋਂ ਮਤਲਬ ਲਿਖਤਾਂ ਰੱਖੀਆਂ ਹੋਈਆਂ ਸੀ, ਉਹ ਸਾਰੀਆਂ ਅੱਗ ਲਾ ਕੇ ਸਾੜਤੀਆਂ। ਸਾਰੀਆਂ ਕਿਉਂ ਕਹਿੰਦੇ ਵੀ ਬਾਈਬਲ ਹੈਗੀ ਹੈ ਬਸ ਇਦੋਂ ਤੇ ਬਾਕੀ ਪੜ੍ਹ ਕੇ ਤਾਂ ਐਵੇਂ ਖਰਾਬ ਹੀ ਹੋਣਾ ਹੈਗਾ, ਤੁਹਾਡੀ ਸੋਚ ਭਟਕੂਗੀ ਸਾਰਾ ਕੁਛ। ਯਾਨੀ ਬਾਕੀ ਜਿਹੜੇ ਹੈਗਾ ਚਿੰਤਨ ਤਬਾਹ ਉਹਦੇ ਨਾਲ ਇੰਨਾ ਮਤਲਬ ਯੂਰਪ ਜਿਹੜਾ ਹੈਗਾ 15ਵੀਂ ਸਦੀ ਤੱਕ 15ਵੀਂ ਸਦੀ ਤੱਕ ਪਛੜਿਆ ਹੋਇਆ ਸੀਗਾ ਕਿ ਹਰ ਸਾਲ ਹਜ਼ਾਰਾਂ ਔਰਤਾਂ ਨੂੰ ਵੀ ਇਹ ਤਾਂ ਜੀ ਡੈਣਾ ਜਾਦੂ ਟੂਣੇ ਕਰਦੀਆਂ। ਜਿਹੜਾ ਸਾਡੇ ਬਿਹਾਰ ਦੇ ਵਿੱਚ ਕਦੇ ਬਿਹਾਰ ਛੱਤੀਸਗੜ੍ਹ ਦੇ ਵਿੱਚ ਸਾਲ 'ਚ ਇੱਕ ਅੱਧੀ ਖਬਰ ਇਹੋ ਜਿਹੀ ਆ ਜਾਂਦੀ ਆ ਵੀ ਔਰਤ ਨੂੰ ਜੀ ਡੈਣ ਕਰਾਰ ਦੇ ਕੇ ਮਾਰਤਾ, ਲੋਕਾਂ ਨੇ ਕੁੱਟਿਆ ਜਾਂ ਉਹਦਾ ਸਿਰ ਮੁੰਨਤਾ ਜਾਂ ਬੇਇੱਜ਼ਤੀ ਕੀਤੀ। ਇਹ ਉੱਥੇ ਬਹੁਤ ਵੱਡੀ ਪੱਧਰ ਤੇ ਯੂਰਪ ਦੇ ਵਿੱਚ ਹੁੰਦਾ ਸੀਗਾ। ਯਾਨੀ ਹੁਣ ਉਹਦੇ ਬਾਅਦ ਦੇ ਵਿੱਚ ਅੰਕੜੇ ਵੀ ਕੁਛ ਕੱਢੇ ਗਏ ਵੀ 16ਵੀਂ ਸਦੀ ਤੱਕ ਚੱਲਦਾ ਗਿਆ। ਪਹਿਲੇ ਪੁਰਾਣੇ ਤਾਂ ਮਿਲਦੇ ਨਹੀਂ ਕਿੰਨੇ ਕੁ ਮਾਰੇ, ਤੇ ਉਹ ਹੈਗਾ ਵੀ ਇੱਕ ਸਾਲ ਦੇ ਵਿੱਚ ਇੱਕ ਸਾਲ ਦਾ ਕਿਸੇ ਨੇ ਸਰਤੀ ਕਰਕੇ ਕੱਢਿਆ ਵੀ 16,000 ਔਰਤਾਂ ਜਿਉਂਦੀਆਂ ਸਾੜਤੀਆਂ। ਮਾਰਨ ਦਾ ਢੰਗ ਵੀ ਉਹਨਾਂ ਦਾ ਇਹ ਸੀਗਾ ਕਿ ਉਹਦਾ ਖੂਨ ਨਾ ਡੁੱਲੇ ਜਿਹੜਾ ਪਾਪੀ ਆ, ਤੇ ਉਹਨੂੰ ਜਿਉਂਦਾ ਸਾੜੋ। ਜਿਵੇਂ ਬਰੂਨੋ ਨੂੰ ਵੀ ਇਸੇ ਕਰਕੇ ਜਿਹੜਾ ਹੈਗਾ ਜਿਉਂਦਾ ਸਾੜਿਆ। ਉਹ ਤੋਂ ਬਾਅਦ ਕੀ ਹੋਇਆ ਕਿ ਹੌਲੀ ਹੌਲੀ ਦੇਖੋ ਸਮਾਜ ਦਾ ਵਿਕਾਸ ਲਗਾਤਾਰ ਤਾਂ ਰੁਕ ਨਹੀਂ ਸਕਦਾ ਗਾ। ਥੋੜ੍ਹਾ ਜਿਹਾ ਮਨੁੱਖੀ ਸੂਝ ਨੇ ਵਿਕਾਸ ਕੀਤਾ, ਕੁਛ ਉਹਦੇ ਨਾਲ ਵਿਗਿਆਨ ਦੇ ਵਿੱਚ ਕੁਛ ਮੁੱਢ ਜਿਹਾ ਵੱਜਣ ਲੱਗਾ, ਕੁਛ ਨਵੀਆਂ ਗੱਲਾਂ ਆਉਣ ਲੱਗੀਆਂ, ਤਾਂ ਲੋਕਾਂ ਨੂੰ ਲੱਗਿਆ ਵੀ ਆਹ ਈਸਾਈ ਬਾਈਬਲ ਤੋਂ ਗਾਂਹ ਪਿਛਾਂ ਵੀ ਦੇਖੀਏ ਕੁਝ ਆਪਣੇ ਵੀ ਹੁਣ ਆਈ ਚੱਲਦਾ ਹੈਗਾ ਵੀ ਸਾਡੇ ਕੋਲੇ ਗ੍ਰੰਥ ਹੈਗੇ ਆ ਵੀ ਇਦੋਂ ਗਾਂਹ
ਤੁਹਾਨੂੰ ਕੀ ਲੋੜ ਹੈਗੀ ਵੀ ਜੋ ਕੁਛ ਉਹਦੇ ਵਿੱਚ ਉਹੀ ਸਹੀ ਹੈ। ਇਹੀ ਹਾਲ ਉੱਥੇ ਬਾਈਬਲ ਦੀ ਮਨੋਪਲੀ ਇੰਨੀ ਸੀ। ਉਦੋਂ ਬਾਅਦ ਆਉਂਦਾ ਰੈਨੇਸਾਂ ਦਾ ਦੌਰ, ਪੁਨਰ ਜਾਗਰਣ ਦਾ ਦੌਰ, ਜਿਹਨੂੰ ਅਸੀਂ 15ਵੀਂ 16ਵੀਂ ਸਦੀ, 2 ਸਦੀਆਂ ਦੇ ਵਿੱਚ। ਰੈਨੇਸਾਂ ਦੇ ਦੌਰ ਵਿੱਚ ਕੀ ਹੁੰਦਾ ਹੈ ਕਿ ਯੂਰਪ ਦੇ ਲੋਕ ਜੋ ਪੁਰਾਣਾ ਲਿਟਰੇਚਰ ਆ ਉਦੋਂ ਪਹਿਲਾਂ, ਪੁਨਰ ਜਾਗਰਣ ਤੋਂ ਭਾਵ ਇਹ ਹੀ ਆ ਨਾ ਵੀ ਦੁਬਾਰਾ ਜਾਗੇ। ਇੱਕ ਜਾਗਰਤੀ ਪਹਿਲਾਂ ਸੀ ਯੂਨਾਨੀ ਸੱਭਿਅਤਾ ਵੇਲੇ, ਉਹਨੂੰ ਦੁਬਾਰਾ ਯਾਨੀ ਉਹਨਾਂ ਨੇ ਪੜ੍ਹਨਾ ਸ਼ੁਰੂ ਕੀਤਾ ਤੇ ਉਹਨਾਂ ਨੂੰ ਲੱਗਿਆ ਯਾਰ ਗੱਲਾਂ ਤਾਂ ਉਸ ਸਮੇਂ ਦੇ ਉਹਨਾਂ ਨੇ ਕਮਾਲ ਦੀਆਂ ਕੀਤੀਆਂ ਸੀ। ਉਹਦੇ ਵਿੱਚੋਂ ਕੁਛ ਹਿੰਟ ਲੈ ਕੇ ਤੇ ਜਿਹੜਾ ਹੈਗਾ ਸਾਡਾ ਗਿਆਨ ਵਿਗਿਆਨ ਦਾ ਵਿਕਾਸ ਸ਼ੁਰੂ ਹੋਇਆ। ਹੁਣ ਉੱਥੋਂ ਤੱਕ ਤਾਂ ਸੀਮਿਤ ਰਿਹਾ ਨਹੀਂ ਸੀ ਜਾ ਸਕਦਾ, ਜੋ ਮਤਲਬ ਪੁਰਾਣੀ ਯੂਨਾਨੀ ਰੋਮਨ ਸੱਭਿਅਤਾ ਦਾ ਜੋ ਸੀ ਉਹਦੀ ਪੁਨਰ ਜਾਗਰਤੀ ਤੱਕ ਤਾਂ ਨਹੀਂ ਸੀ ਨਾ, ਉਸ ਤੋਂ ਅੱਗੇ ਵੀ ਵਧਣਾ ਸੀਗਾ। ਫਿਰ ਅਗਲਾ ਦੌਰ ਆਉਂਦਾ ਹੈਗਾ ਐਨਲਾਈਟਨਮੈਂਟ ਦਾ, ਜਿਹਨੂੰ ਪ੍ਰਬੋਧਨ ਕਾਲ ਵੀ ਕਹਿੰਦੇ ਆ। ਐਨਲਾਈਟਨਮੈਂਟ ਮੈਨੂੰ ਲੱਗਦਾ ਸੌਖਾ ਹੀ ਸ਼ਬਦ। 17ਵੀਂ ਤੇ 18ਵੀਂ ਸਦੀ ਯੂਰਪ ਦੇ ਵਿੱਚ ਐਨਲਾਈਟਨਮੈਂਟ ਦਾ ਦੌਰ ਚੱਲਿਆ, ਜਿਹਨੂੰ ਏਜ ਆਫ ਰੀਜਨ ਵੀ ਕਹਿੰਦੇ ਆ, ਤਰਕ ਦਾ ਯੁੱਗ। ਉਦੋਂ ਫਿਰ ਇਹ ਹੋਇਆ ਕਿ ਹਰ ਚੀਜ਼ ਨੂੰ ਵੀ ਤਰਕ ਤੇ ਕਸਵੱਟੀ 'ਤੇ ਪਰਖਿਆ ਜਾਵੇ। ਇਸੇ ਦੌਰ ਵਿੱਚ ਸਾਇੰਸ ਨੇ ਬਹੁਤ ਵਿਕਾਸ ਕੀਤਾ, ਕਿਉਂਕਿ ਲੋਕਾਂ ਦੀ ਸੋਚ ਬਦਲੀ, ਵਿਗਿਆਨੀਆਂ ਨੂੰ ਉਤਸ਼ਾਹ ਮਿਲਣ ਲੱਗਾ। ਇੱਥੋਂ ਤੱਕ ਕਿ ਜਿਹੜੇ ਸਾਇੰਟਿਸਟ ਆ ਉਹ ਆਪਦੀਆਂ ਜਦੋਂ ਮੰਨ ਲਓ ਖੋਜਾਂ ਨੂੰ ਪਬਲਿਕ ਦੇ ਵਿੱਚ, ਹੁਣ ਥੋੜ੍ਹੀਆਂ ਜਿਹੀਆਂ ਹੁਣ ਨਹੀਂ ਰੱਖਿਆ ਜਾਂਦਾ ਕਿਉਂਕਿ ਹੁਣ ਖੋਜਾਂ ਵੀ ਗੁੰਝਲਦਾਰ ਹੋ ਗਈਆਂ। ਉਸ ਸਮੇਂ ਜਿਵੇਂ ਤੁਸੀਂ ਪੜ੍ਹਿਆ ਹੀ ਹੋਣਾ ਕਿ ਡਾਰਵਨ ਨੇ ਵੀ ਜਿਹੜੀ ਹੈਗੀ ਆਪਦੀ ਉਹ ਥਿਊਰੀ ਪਬਲਿਕ ਡਿਸਕਸ਼ਨਾਂ ਉਹਦੇ 'ਤੇ ਹੋਣ ਲੱਗੀਆਂ ਵੀ ਇਹ ਕਿਵੇਂ ਸਹੀ ਆ ਕਿਵੇਂ ਗਲਤ ਆ, ਉਹਦੇ 'ਤੇ ਕਿੰਤੂ ਉੱਥੇ ਉਹਦਾ ਹੱਕ 'ਚ ਬੁਲਾਰੇ ਬੋਲਦੇ ਸੀਗੇ। ਸੋ ਇਸ ਤਰ੍ਹਾਂ ਦੇ ਨਾਲ ਜਿਹੜੀ ਉੱਥੇ ਸੂਝ ਦਾ ਵਿਕਾਸ, ਉਹ ਜਿਹੜੀ ਐਨਲਾਈਟਨਮੈਂਟ ਦਾ ਦੌਰ ਸੀ, ਉਹਨੇ ਯੂਰਪ ਦੇ ਵਿਕਾਸ ਦਾ ਸਾਰਾ ਰਾਹ ਮਤਲਬ ਬੁਨਿਆਦ ਉਹਨੇ ਤਿਆਰ ਕੀਤੀ। ਉਸ ਤੋਂ ਬਾਅਦ ਮਾਰਕਸ ਆਉਂਦਾ, ਹੋਰ ਚਿੰਤਕ ਆਉਂਦੇ ਹੈਗੇ ਆ, ਹੀਗਲ ਆਉਂਦਾ, ਐਂਗਲਸ ਆਉਂਦਾ, ਹੋਰ ਇਹ ਯਾਨੀ ਜੇ ਐਨਲਾਈਟਨਮੈਂਟ ਦਾ ਦੌਰ ਨਾ ਹੋਇਆ ਹੁੰਦਾ ਤਾਂ ਇਹਨਾਂ ਨੂੰ ਵੀ ਕੋਈ ਉਸ ਤਰ੍ਹਾਂ ਦਾ ਹੰਗਾਰਾ ਨਹੀਂ ਸੀ ਮਿਲਣਾ। ਅੱਜ ਯੂਰਪ ਦੇ ਵਿੱਚ ਚਾਹੇ ਉੱਥੇ ਕਿਸੇ ਕਿਸਮ ਦਾ ਸਿਸਟਮ ਆ, ਚਾਹੇ ਸਰਮਾਏਦਾਰੀ ਸਿਸਟਮ ਆ, ਕੋਈ ਹੋਰ ਆ, ਪਰ ਇਹਨਾਂ ਤਾਂ ਆਪਾਂ ਮੰਨਾਂਗੇ ਨਾ ਵੀ ਉੱਥੇ ਜਿਹੜਾ ਹੈਗਾ ਹੈ ਮੰਨ ਲਓ ਸਹੂਲਤਾਂ ਤੇ ਸਿਸਟਮ ਇਸ ਨਾਲੋਂ ਸਾਡੇ ਨਾਲੋਂ ਵਧੀਆ ਹੈਗਾ। ਉਸ ਦੇ ਪਿੱਛੇ ਉਹ ਜਿਹੜਾ ਐਨਲਾਈਟਨਮੈਂਟ ਦੌਰ ਵਾਲਾ ਕਾਰਜ ਉਹ ਸਾਡੇ ਹਿੱਸੇ ਹਜੇ ਸਾਡੇ ਦੇਸ਼ ਦੇ ਵਿੱਚ ਕਰਨ ਵਾਲਾ ਪਿਆ। ਉਹ ਕਾਰਜ ਕਰਨਾ ਮੈਨੂੰ ਲੱਗਦਾ ਕਿ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਜਿਹੜੀ ਉਹ ਤਰਕਸ਼ੀਲਾਂ ਦੀ, ਕਿਉਂਕਿ ਇਹ ਤਰਕਸ਼ੀਲ ਹੀ ਉੱਥੇ ਵੀ ਉਹਨਾਂ ਨੂੰ ਏਜ ਆਫ ਰੀਜਨ ਹੀ ਕਿਹਾ ਗਿਆ ਐਨਲਾਈਟਨਮੈਂਟ ਦੇ ਦੌਰ ਨੂੰ। ਉਹ ਜਿਹੜਾ ਤਰਕ ਦਾ ਯੁੱਗ ਉਹ ਲਿਆਉਣ ਦਾ ਜਿਹੜਾ ਹੈਗਾ ਕਾਰਜ ਉਹ ਸਾਡੇ ਅੱਗੇ ਜਿਹੜਾ ਹੈਗਾ ਪਿਆ ਹੈ। ਇਹ ਹੁਣ ਮੈਂ ਤੁਹਾਨੂੰ ਦੱਸਿਆ ਵੀ ਸਾਡੇ ਕੋਲੇ ਹਾਲਤਾਂ ਜਿਹੜੀਆਂ ਇਹ ਮੌਜੂਦ ਆ, ਲੋੜ ਹੈਗੀ ਆ, ਸਾਡੇ ਕੋਲੇ ਇੱਕ ਬੇਸਿਕ ਸਮਰੱਥਾ ਵੀ ਹੈਗੀ ਆ, ਨੈਟਵਰਕ ਹੈਗਾ ਵੀ ਇਹ ਨਹੀਂ ਅਸੀਂ ਨਵੇਂ ਸਿਰੋਂ ਖੜਾ ਕਰਨਾ। ਗੱਲ ਇੰਨੀ ਕੀ ਹੈ ਕਿ ਅਸੀਂ ਕੰਮ ਢੰਗ ਤੇ ਇਹਦੀ ਜਿਹੜਾ ਹੈਗਾ ਪਲਾਨਿੰਗ ਇਸ ਨੂੰ ਨਵੇਂ ਲੀਹਾਂ ਤੇ ਪਾਈਏ। ਕੁਛ ਮੈਂ ਗੱਲਾਂ ਕਰਦਾ, ਕੁਛ ਆਪਾਂ ਫਿਰ ਵਿੱਚੋਂ ਹੋਰ ਮੇਰਾ ਖਿਆਲ ਆਪਾਂ ਕਰਾਂਗੇ। ਦੇਖੋ ਇੱਕ ਗੱਲ ਤਾਂ ਮੈਨੂੰ ਜਿਹੜੀ ਵੱਡੀ ਫੀਲ ਹੁੰਦੀ ਆ ਉਹ ਇਹ ਆ ਕਿ ਸਾਡਾ ਕੰਮ ਬਹੁਤਾ ਮੱਧ ਵਰਗ ਦੇ ਵਿੱਚ ਜ਼ਿਆਦਾ, ਮੱਧ ਵਰਗ ਦੇ ਵਿੱਚ ਸਾਡਾ ਇੱਕ ਇਹਨੂੰ ਅਸੀਂ ਨਾ ਉਹ ਕਹਿੰਦੇ ਹੈਗਾ ਦੂਜੇ ਵੀ ਇਹਨੂੰ ਇੱਕ ਟਰਮ ਕੰਫਰਟ ਜ਼ੋਨ ਬਣਿਆ ਹੋਇਆ। ਅਸੀਂ ਆਵੇ ਜੀ ਇਕੱਠੇ ਹੋ ਜਾਂਦੇ ਹਾਂ, ਉਹ ਗੱਲਾਂ ਕਰਨੀਆਂ, ਕੋਈ ਘਟਨਾ ਵਾਪਰੀ ਉਹਦਾ ਐਨਾਲਿਸਿਸ ਕਰ ਲਿਆ। ਇਹ ਸਾਡਾ ਕੰਫਰਟ ਜ਼ੋਨ ਚੋਂ ਬਾਹਰ ਨਿਕਲਣ ਦੀ ਲੋੜ। ਮੈਨੂੰ ਲੱਗਦਾ ਵੀ ਮੱਧ ਵਰਗ ਦੇ ਵਿੱਚ ਵੀ ਕੰਮ ਤਾਂ ਚੱਲਦੇ ਰਹਿਣਾ ਚਾਹੀਦਾ, ਪਰ ਨਾਲ ਨਾਲ ਜਿਹੜਾ ਹੈਗਾ ਸਾਨੂੰ ਹੇਠਲੇ ਵਰਗ ਦੇ ਵਿੱਚ ਜਾਣ ਦੀ ਬਹੁਤ ਲੋੜ ਆ। ਮੈਂ ਵੇਖਦਾ ਹੈ ਕਿ ਕੁਛ ਮੈਂ ਮਤਲਬ ਜਿਵੇਂ ਅਬਜ਼ਰਵ ਕੀਤਾ ਵੀ ਜਿਹੜਾ ਸਾਡਾ ਪਹਿਲਾ ਕੰਮ ਚੱਲ ਰਿਹਾ ਨਾ ਅੰਧ ਵਿਸ਼ਵਾਸਾਂ ਦਾ, ਵਹਿਮਾਂ ਭਰਮਾਂ, ਟੂਣੇ ਟਾਮਣਾ ਦਾ, ਸਾਨੂੰ ਕਈ ਵਾਰੀ ਲੱਗਦਾ ਵੀ ਯਾਰ ਇਹ ਤਾਂ ਸਮਝ ਆਏਗੀ, ਪਰ ਉਹ ਸਾਡੇ ਵਰਗ ਦੇ ਵਿੱਚ ਹੀ ਸਮਝ ਆਏਗੀ, ਪੜ੍ਹੇ ਲਿਖੇ ਵਰਗ ਦੇ ਵਿੱਚ। ਸਾਡੇ ਇੱਕ ਮਤਲਬ ਕਿ ਕੰਮ ਵਾਲੇ ਜਿਵੇਂ ਘਰੇ ਸਮੇਟ ਹੁੰਦੀ ਹੈ, ਕੰਮ ਵਾਲੀ ਕੁੜੀ ਮਾੜੀ ਉਹਦੀ ਸਿਹਤ ਜਿਵੇਂ ਹੋਣੀ ਅਕਸਰ ਵੀ ਉਵੇਂ ਪੂਰਾ ਨਹੀਂ ਹੁੰਦਾ, ਪਰ ਉਹਨੇ ਹਰ ਸੋਮਵਾਰ ਵਰਤ ਰੱਖਣਾ। ਮੈਂ ਕਿਹਾ ਵੀ ਤੇਰਾ ਤਾਂ ਸਰੀਰ ਕਿੰਨਾ ਮਤਲਬ
ਕੰਮ ਤੂੰ ਸਾਰਾ ਦਿਨ ਕੰਮ ਕਰਨਾ ਹੈਗਾ, ਸੁਬਾਹ ਕੁਝ ਖਾ ਕੇ ਨਹੀਂ ਆਉਂਦੀ ਗੀ, ਹੈ ਨਾ, ਤੇ ਤੇਰੇ ਲਈ ਇਹ ਨੁਕਸਾਨਦੇਹ ਆ। ਪਰ ਨਹੀਂ, ਉਹਨਾਂ ਦਾ ਇਹ ਬਣਿਆ ਹੋਇਆ ਸੀ। ਮੈਂ ਉੱਥੇ ਵੇਖਦਾ ਉਹ ਜਿਹੜੇ ਉਹ ਜੰਡ ਜੇ ਉਹ ਸੜਕ ਤੇ ਆ ਜਿੱਧਰ ਅਸੀਂ ਰਹਿੰਦੇ ਹਾਂ, ਇੱਕ ਦੋ ਉਹਨਾਂ ਦੇ ਲਾਲ ਧਾਗੇ ਜੇ ਬੰਨ੍ਹ ਕੇ ਸੁਬਾਹ ਸੁਬਾਹ ਉਹ ਜਿਹੜਾ ਉਹਦੀ ਪੂਜਾ ਕਰਨਾ, ਉਹ ਮੈਂ ਵੇਖਦਾ ਹੁੰਦਾ। ਬਹੁਤ ਗਰੀਬ ਵਰਗ ਹੁੰਦਾ। ਇਵੇਂ ਹੋਰ ਵੀ ਜਿਹੜੇ ਹੈਗੇ ਆ, ਮਤਲਬ ਮਜ਼ਦੂਰ ਵਰਗ ਆ, ਖੇਤ ਮਜ਼ਦੂਰ ਆ, ਉਹਦੇ ਵਿੱਚ ਆਪਾਂ ਵੇਖੀਏ ਵੀ ਆਹ ਪੀਰਾਂ ਦੇ ਜਾਣ ਵਾਲੇ, ਚੇਲਿਆਂ ਦੇ ਜਾਣ ਵਾਲੇ ਬਹੁਤਾ ਵਰਗ ਉਹ ਹੈਗਾ। ਸਾਨੂੰ ਉਹਦੇ ਵਿੱਚ ਕੰਮ ਕਰਨ ਦੀ ਲੋੜ ਆ। ਅਸਲ ਦੇ ਵਿੱਚ ਥੋੜ੍ਹਾ ਜਿਹਾ ਨਾ ਜਿਸ ਵਰਗ ਦੇ ਵਿੱਚ ਖੁਦ ਹੋਈਏ ਉਹਦੇ ਤੋਂ ਨਿਕਲਣਾ ਔਖਾ ਹੁੰਦਾ। ਸਾਨੂੰ ਇਹਦੇ ਬਾਰੇ ਇੱਕ ਤਾਂ ਤੁਸੀਂ ਵੀ ਸੁਝਾਅ ਦਿਆ ਜੋ ਸੋਚਣ ਦੀ ਲੋੜ ਆ ਵੀ ਕਿਵੇਂ ਕੀਤਾ ਜਾਵੇ। ਮੈਨੂੰ ਲੱਗਦਾ ਦੋ ਵਰਗ ਹੋ ਜਾਂਦੇ ਆ, ਜਿਹੜਾ ਇਕਲਾ ਵਰਗ ਹੈਗਾ ਕਿਰਤੀ ਵਰਗ ਆ, ਇੱਕ ਪੇਂਡੂ ਖੇਤ ਮਜ਼ਦੂਰਾਂ ਦਾ ਹੋ ਜਾਂਦਾ, ਇੱਕ ਸੰਤੀ ਮਜ਼ਦੂਰਾਂ ਦਾ। ਖੇਤ ਮਜ਼ਦੂਰਾਂ ਹੀ ਪੇਂਡੂ ਵਰਗ ਦੇ ਵਿੱਚ ਹਜੇ ਫਿਰ ਸਾਡੇ ਥੋੜ੍ਹੇ ਬਹੁਤੇ ਲਿੰਕ ਹੁੰਦੇ ਆ, ਸੰਤੀ ਮਜ਼ਦੂਰਾਂ ਘੱਟ ਹੁੰਦਾ। ਮੈਨੂੰ ਲੱਗਦਾ ਵੀ ਸਾਨੂੰ ਨਾ ਜਿਹੜੀਆਂ ਹੈਗੀਆਂ ਇਸ ਤਰ੍ਹਾਂ ਦੀਆਂ ਜਥੇਬੰਦੀਆਂ ਜਿਹੜੀਆਂ ਕੰਮ ਕਰ ਰਹੀਆਂ ਉਹਨਾਂ ਦੇ ਨਾਲ ਤਾਲਮੇਲ ਵਧਾਉਣ ਦੀ ਲੋੜ ਆ। ਅਸੀਂ ਸਾਂਝੀ ਸਰਗਰਮੀ ਸਿਰਫ ਇਹ ਸਮਝ ਲੈਂਦੇ ਹਾਂ ਵੀ ਕਿਤੇ ਨਾਟਕ ਕਰਾਇਆ ਜਾਂ ਕੋਈ ਮੁਜ਼ਾਹਰਾ ਹੋਇਆ, ਉੱਥੇ 4 ਬੰਦੇ ਲੈ ਕੇ ਅਸੀਂ ਵੀ ਜਾਂਦੇ ਰਹੀਏ। ਗੱਲ ਇਹ ਆ ਵੀ ਉਹਨਾਂ ਨਾਲ ਇੱਕ ਨਾ ਆਰਗੈਨਿਕ ਜਿਹੜਾ ਹੈਗਾ ਤਾਂ ਮਤਲਬ ਰਿਲੇਸ਼ਨ ਉਹ ਬਣਾਉਣ ਦੀ ਲੋੜ ਆ, ਤਾਂ ਕਿ ਉਹਨਾਂ ਨੂੰ ਆਖੇ ਭਾਈ ਆ ਨਾਲ ਸਾਡਾ ਵੀ ਬੰਦਾ ਵਿੱਚ ਤੁਹਾਡੇ ਜਾਵੇ, ਤੁਹਾਡੀਆਂ ਮੀਟਿੰਗਾਂ ਦੇ ਵਿੱਚ ਆਹ ਗੱਲਾਂ ਵੀ ਜਿਹੜੀਆਂ ਹੈਗੀਆਂ ਕਰਨ ਦੀ ਲੋੜ ਆ। ਜੇ ਇਹ ਗੱਲਾਂ ਉਹਨਾਂ ਤੱਕ ਨਹੀਂ ਜਾਂਦੀਆਂ ਤਾਂ ਉਹ ਫਿਰ ਉਹ ਕਿਸਮਤ ਕਰਮਾਂ ਦੇ ਚੱਕਰ 'ਚ ਫਸੇ ਰਹਿਣਗੇ, ਉਹ ਸੰਘਰਸ਼ ਵਾਲੇ ਰਾਹ 'ਤੇ ਵੀ ਨਹੀਂ ਮਤਲਬ ਉਹ ਪੈ ਸਕਣਗੇ। ਇੱਕ ਤਾਂ ਇਹ ਸਾਨੂੰ ਜਿਹੜਾ ਹੈਗਾ ਨਾ, ਜਿਹਨੂੰ ਮੈਂ ਕਹਿੰਦਾ ਵੀ ਕੰਫਰਟ ਜ਼ੋਨ 'ਚੋਂ ਮੱਧ ਵਰਗ ਦੇ ਵਿੱਚ ਵਿਚਾਰਧਾਰਕ ਕੰਮ ਕਰਨ ਦੀ ਵੱਧ ਲੋੜ ਆ। ਜਿਹੜਾ ਹੈਗਾ ਮਤਲਬ ਇਸਲੇ ਵਰਗ 'ਚ ਵਹਿਮਾਂ ਭਰਮਾਂ ਤੇ ਅੰਧ ਵਿਸ਼ਵਾਸਾਂ, ਮੱਧ ਵਰਗ 'ਚ ਵਿਚਾਰਧਾਰਕ ਕੰਮ ਦੀ ਹਜੇ ਬਹੁਤ ਘਾਟ ਆ। ਸਾਡੇ ਲਿੰਕ ਦੇ ਵਿੱਚੋਂ ਸਾਡੇ ਮੈਗਜ਼ੀਨ ਜਾਂਦੇ ਆ, ਸਾਨੂੰ ਆਏ ਵੀ ਕਹਿੰਦੇ ਵੀ ਠੀਕ ਆ ਤੁਸੀਂ। ਮੈਂ ਜਿਸ ਕਲੋਨੀ 'ਚ ਰਹਿਣਾ, ਚੰਗੀ ਯਾਨੀ ਥੋੜ੍ਹੀ ਜਿਹੀ ਕਲੋਨੀ ਹੈਗੀ ਆ, ਪੜ੍ਹੇ ਲਿਖੇ ਮੁਲਾਜ਼ਮ ਉਸ ਤਰ੍ਹਾਂ ਦੇ ਰਹਿੰਦੇ ਆ। ਮੈਂ ਤੁਸੀਂ ਜਿਹੜੇ ਪਹਿਲਾਂ ਤੋਂ ਜਾਣਦੇ ਆ ਵੀ ਵੈਸੇ ਮੈਂ ਕੋਟਕਪੂਰੇ ਸੀ 4-5 ਸਾਲ ਤੋਂ। ਮੇਰਾ ਬੇਟਾ ਉੱਥੇ ਯੂਨੀਵਰਸਿਟੀ 'ਚ ਪ੍ਰੋਫੈਸਰ ਹੋ ਗਿਆ ਅਤੇ ਉਹ ਬਠਿੰਡੇ ਸ਼ਿਫਟ ਕੀਤਾ। ਉਹ ਬਠਿੰਡੇ ਦੇ ਫਿਰ ਉਹ ਉਸ ਏਰੀਏ ਦੇ ਕਲੋਨੀ ਦੇ ਮੈਨੂੰ ਦੇ ਤੇ ਮੈਗਜ਼ੀਨ ਵੀ ਭਾਈ ਦੇ। ਹੁਣ ਮੈਗਜ਼ੀਨ ਦੇਣ ਮੈਂ ਜਦੋਂ ਜਾਂਦਾ ਹੈ, ਕਈਆਂ ਦੇ ਮਤਲਬ 2-3 ਸਾਲ ਹੋ ਗਏ ਮੈਨੂੰ ਬੈਲ ਮਾਰੀ ਦੀ ਆ, ਬੈਲ ਬੋਲਦੀ ਆ, ਲੱਖ ਖੁਸ਼ੀਆਂ ਪਾਤਸ਼ਾਹੀਆਂ ਇਹ ਸਤਿਗੁਰੂ ਨਜ਼ਰ ਕਰੇ। ਮੈਨੂੰ ਲੱਗਦਾ ਵੀ ਇੱਥੇ ਮੈਗਜ਼ੀਨ ਤਾਂ ਪੜ੍ਹੀ ਜਾਂਦੇ ਆ, ਇਹਨਾਂ ਨੇ ਬੈਲ ਟਿਊਨ ਇਹ ਸੋਚ ਕੇ ਲਿਆਂਦੀ ਆ ਵੀ ਇਹ ਤਾਂ ਸਾਡੀ ਉਵੇਂ ਵਿਚਾਰਧਾਰਾ ਨਾਲ ਤਾਂ ਇਹਦਾ ਮੇਲ ਨਹੀਂ ਖਾਂਦਾ ਵੀ ਇਹ ਤਾਂ ਫਿਰ ਜੇ ਸਤਿਗੁਰੂ ਨਜ਼ਰ ਕਰੂਗਾ, ਨਜ਼ਰ ਤੋਂ ਭਾਵ ਤੁਹਾਨੂੰ ਪਤਾ ਹੈ ਮਿਹਰ ਕਰੂਗਾ ਤਾਂ ਖੁਸ਼ੀਆਂ ਆਉਣਗੀਆਂ। ਨਹੀਂ ਦੱਸੋ ਵੀ ਇਹ ਤੁਹਾਡੀ ਆਪ ਦਾ ਤਾਂ ਕੁਛ ਨਾ ਉਹਦੇ ਵਿੱਚ ਹੋਇਆ। ਸੋ ਮੈਨੂੰ ਲੱਗਦਾ ਹੈਗਾ ਵੀ ਮੱਧ ਵਰਗ ਦੇ ਵਿੱਚ ਨਾ ਸਾਨੂੰ ਇੱਕ ਤਾਂ ਚਲੋ ਉਹਦੇ ਤੋਂ ਕੁਛ ਅਸੀਂ ਕੁਛ ਫੰਡ ਲੈ ਸਕਦੇ ਹਾਂ, ਕੁਛ ਉਹ ਸਹੂਲਤਾਂ ਉੱਥੇ ਵਿਚਾਰਧਾਰਕ ਕੰਮ ਕੀਤਾ ਜਾ ਸਕਦਾ ਹੈਗਾ, ਕੰਮ ਕਰਨ ਦੀ ਲੋੜ ਆ। ਦੂਜਾ ਸਾਨੂੰ ਜਿਹੜਾ ਹੈਗਾ ਅਗਲੇ ਵਰਗਾਂ ਵਿੱਚ ਇੱਕ ਹੈਗਾ ਨੌਜਵਾਨ ਵਰਗ ਦੇ ਵੱਡਾ ਮਸਲਾ ਸਾਡਾ ਇਹ ਆ, ਨੌਜਵਾਨ ਵਰਗ ਦੇ ਵਿੱਚ ਕਿਵੇਂ ਜਾਇਆ ਜਾਏ। ਜਦੋਂ ਜੁੜੇ ਆ ਉਦੋਂ ਨੌਜਵਾਨ ਸੀਗੇ, ਸਾਰਾ ਦਿਨ ਅਸੀਂ ਤੁਰੇ ਫਿਰਨਾ, ਜੋਸ਼ ਸੀਗਾ, ਉਤਸ਼ਾਹ ਸੀਗਾ। ਸਾਡੇ ਨਾਲ ਦੇ ਬਹੁਤ ਸਾਰੇ ਉਹ ਉਦੋਂ ਵਿਚਾਰਧਾਰਕ ਨਾਲ ਯਾਰੀ ਦੋਸਤੀ 'ਚ ਹੀ ਆ ਗਏ। ਮੇਰੇ ਨਾਲ ਦੇ ਦੋ ਮਤਲਬ ਜਿਵੇਂ ਪੰਡਤਾਂ ਦੇ ਮੁੰਡੇ ਸੀਗੇ, ਉਹ ਹੁਣ ਕਈ ਵਾਰੀ ਹੱਸਦੇ ਹੁੰਦੇ ਕਿ ਤੁਹਾਡੇ ਨਾਲ ਨਾ ਆਉਂਦੇ ਤਾਂ ਅਸੀਂ ਵੀ ਆਹੀ ਮੰਦਿਰਾਂ 'ਚ ਜਾ ਕੇ ਆਹੀ ਕੁਝ ਕਰਨਾ ਸੀਗਾ। ਉਹ ਇੱਕ ਵਾਰੀ ਇੱਕ ਨੂੰ ਆਖਿਆ ਜਾਂ ਤੂੰ ਜਿਵੇਂ ਹੁਣ ਘਰ ਦੇ ਸੰਸਕਾਰ ਬਣੇ ਹੁੰਦੇ ਆ ਵੀ ਕੀ ਹੁੰਦਾ, ਆਂਡਾ ਕਿਉਂ ਨਹੀਂ ਖਾਂਦਾ ਗਾ, ਉਹ ਆਂਡਾ ਮੂੰਹ ਉਹ ਜਿਵੇਂ ਸੰਸਕਾਰ ਦੇ ਵਿੱਚ ਉਹ ਕਹਿੰਦਾ ਨਾਮ ਮੇਰੇ ਗਾਂ ਨੰਗੇ ਨਾ ਜਾਵੇ, ਮਨ 'ਚ ਆ ਗਈ ਗੱਲ। ਪਰ ਉਹ ਯਾਨੀ ਹੌਲੀ ਹੌਲੀ ਸਾਰੀ ਉਮਰ ਮਤਲਬ ਜੁੜੇ ਰਹੇ। ਉਸ ਉਮਰ ਦੇ ਵਿੱਚ ਨਾ ਇੱਕ ਯਾਰੀ ਦੋਸਤੀ ਦਾ ਤੇ ਲਿੰਕ ਦਾ ਬਹੁਤ ਹੁੰਦਾ ਹੈਗਾ। ਹੁਣ ਮੈਂ ਆਖਾਂ ਵੀ ਮੈਂ ਨੌਜਵਾਨਾਂ 'ਚ ਇੱਕ ਦਿਨ ਉੱਥੇ ਕਾਲਜ ਆਵਾਂ ਜਾਂ 2 ਜਣਿਆਂ ਨੂੰ ਇਕੱਠੇ ਕਰਕੇ ਉਹਨਾਂ ਨਾਲ ਗੱਲਾਂ ਕਰਾਂਗਾ, ਉਹ ਕਹਿਣਗੇ ਹਾਂ ਵੀ ਠੀਕ ਆ। ਪਰ ਨੌਜਵਾਨਾਂ ਨੂੰ ਨੌਜਵਾਨ ਹੀ ਜੋੜ ਸਕਦੇ। ਇਹ ਸਾਡੇ ਅੱਗੇ ਵੱਡਾ ਮਸਲਾ ਵਿਚਾਰ ਨਾਲ ਆ। ਜੇ ਸਾਡੇ ਕੋਲ ਕੁਛ ਨੌਜਵਾਨ ਜਿਹੜੇ ਵੀ ਸਾਡੇ ਲਿੰਕ 'ਚ ਆਉਂਦੇ ਆ, ਉਹਨਾਂ 'ਚ ਲੀਡਰਸ਼ਿਪ ਕੁਆਲਿਟੀਜ਼ ਪੈਦਾ ਕਰੀਏ
ਤੇ ਉਹਨਾਂ ਨਾਲ ਜਿਹੜਾ ਹੈਗਾ ਹੋਰਾਂ ਨੂੰ ਉਹਨਾਂ ਦੇ ਸਰਕਲ ਦੇ ਵਿੱਚੋਂ ਜੋੜਿਆ ਜਾਵੇ। ਮੈਂ 2 ਸਾਲ ਪਹਿਲਾਂ ਕਰੋਨਾ ਤੋਂ ਪਹਿਲਾਂ ਮਹਾਰਾਸ਼ਟਰ ਅੰਧ ਸ਼ਰਧਾ ਨਿਰਮੂਲਨ ਸਮਿਤੀ ਦਾ ਸਾਲਾਨਾ ਸਮਾਗਮ ਬੰਬੇ ਹੋਇਆ, ਉੱਥੇ ਮੈਂ ਵੀ ਗਿਆ ਸੀਗਾ। ਅਸੀਂ 6-7 ਜਾਣੇ ਗਏ। ਉੱਥੋਂ ਸਿੱਖਣ ਨੂੰ ਕਾਫੀ ਕੁਛ ਮਿਲਿਆ। ਇੱਕ ਤਾਂ ਮੈਂ ਉਹਨਾਂ ਦਾ ਡਿਸਿਪਲਿਨ ਵੇਖ ਕੇ ਵੀ ਸੁਬਾਹ 9 ਵਜੇ ਸ਼ੁਰੂ ਹੁੰਦਾ ਸੀਗਾ, ਸ਼ਾਮ ਨੂੰ 7 ਵਜੇ ਤੱਕ ਉਹਨਾਂ ਦੇ ਮੰਨ ਲਓ ਭਾਸ਼ਣ ਹੀ ਚੱਲਦੇ ਸੀਗੇ। ਵਿੱਚੋਂ ਕੋਈ ਮਰਾਠੀ 'ਚ ਬੋਲੀ ਜਾਂਦਾ, ਕੋਈ ਇੰਗਲਿਸ਼ 'ਚ ਬੋਲੀ ਜਾਂਦਾ, ਕੋਈ ਹਿੰਦੀ 'ਚ ਬੋਲੀ ਜਾਂਦਾ, ਤੇ ਕੋਈ ਬੰਦਾ ਐ ਬਾਹਰ। ਸਾਡੇ ਤਾਂ ਅਸੀਂ ਵੇਖਿਆ ਸੈਮੀਨਾਰਾਂ 'ਚ ਤੇ ਬਾਹਰ ਉੱਥੇ ਮੇਲਾ ਮਿਲਣ ਗਿਲਣ ਹੀ ਲੱਗੇ ਹੁੰਦੇ ਆ। ਜੇ ਉਹਨਾਂ ਨੇ 15 ਮਿੰਟ ਦੀ ਚਾਹ ਪੀਣ ਦੀ ਛੁੱਟੀ ਕੀਤੀ ਹੈ ਤਾਂ 15 ਮਿੰਟ ਹੀ ਬਾਹਰ ਜਾਣਗੇ, ਜੇ ਅੱਧੇ ਘੰਟੇ ਦੀ ਕੀਤੀ ਹੈ ਤਾਂ ਅੱਧੇ ਘੰਟੇ ਵਾਸਤੇ ਹੀ ਇੰਨਾ ਮਤਲਬ। ਇੱਕ ਉਹਨਾਂ 'ਚ ਹੋਰ ਵੇਖਿਆ ਕਿ ਉਹਨਾਂ ਨਾਲ ਜਿਹੜੇ ਹੈਗੇ ਨਾ ਉੱਥੇ ਮਤਲਬ ਜਿਹੜਾ ਉਹਨਾਂ ਦਾ ਮੇਨ ਉਦਣ ਮਹਿਮਾਨ ਸੀਗੇ ਪ੍ਰਧਾਨਗੀ ਨੇ, ਉਹਦੇ 'ਚ ਇੱਕ ਭਾਬਾ ਅਟੋਮਿਕ ਰਿਸਰਚ ਸੈਂਟਰ ਦਾ ਜਿਹੜਾ ਹੈਗਾ ਉਹ ਵਾਈਸ ਚੇਅਰਮੈਨ, ਤੇ ਕਿਵੇਂ ਹੋਰ ਉੱਥੋਂ ਦਾ ਰਿਪਿਊਟਡ ਸਾਇੰਸ ਸੰਸਥਾਨ ਆ ਉਹਦਾ ਯਾਨੀ ਮੁੱਖ ਬੰਦਾ। ਇੱਕ ਦੋ ਜਿਹੜੀਆਂ ਹੈਗੀਆਂ TV ਐਕਟਰਸਾਂ, TV ਸੀਰੀਅਲਾਂ ਵਿੱਚ ਕੰਮ ਕਰਨ ਵਾਲੀਆਂ ਤੇ ਬਹੁਤ ਨਾਮਵਰ ਡਾਕਟਰ, ਨਾਮਵਰ ਪ੍ਰੋਫੈਸਰ ਯੂਨੀਵਰਸਿਟੀਆਂ ਦੇ, ਉਹ ਉੱਥੇ ਆਏ ਹੋਏ ਸੀ। ਇਸ ਪਾਸੇ ਵੀ ਸਾਨੂੰ ਥੋੜ੍ਹਾ ਜਿਹਾ ਬੁੱਧੀਜੀਵੀ ਤਬਕੇ ਦੀ ਵੀ ਮੈਨੂੰ ਲੱਗਿਆ ਕਿ ਸਾਡਾ ਉਹ ਜੋੜਨ 'ਚ ਘਾਟ ਆ। ਹਾਂ, ਜਿਹੜੀ ਗੱਲ ਮੈਂ ਕਰ ਰਿਹਾ ਸੀ ਨੌਜਵਾਨਾਂ ਦੀ, ਉੱਥੇ ਮਤਲਬ ਮੈਂ ਉਹਨਾਂ ਨੇ ਵੀ ਵਿਅੰਗ ਬਣਾਏ ਹੋਏ ਆ, ਜਿਵੇਂ ਆਪਾਂ ਵਿਭਾਗ ਬਣਾਏ, ਅਸਲ 'ਚ ਆਪਾਂ ਉਹਨਾਂ ਤੋਂ ਹੀ ਸਿੱਖ ਕੇ ਬਣਾਏ ਆ। ਨਹੀਂ ਤਾਂ ਆਪਣੇ ਸਿਸਟਮ ਦੂਜਾ ਪ੍ਰਧਾਨ ਸਕੱਤਰ ਵਾਲਾ ਚੱਲਦਾ ਸੀ। ਇਹ ਵਿਭਾਗ ਬਣਾਏ ਵੀ ਅੱਡ ਅੱਡ ਕੰਮਾਂ ਦੇ ਵਿੱਚ ਆਪਣੇ ਬਹੁਪੱਖੀ ਕੰਮ ਆ, ਹਰੇਕ ਇੱਕ ਬੰਦਾ ਇਹਨੂੰ ਸੰਭਾਲੇ। ਉੱਥੇ ਜਿਹੜਾ ਨੌਜਵਾਨ ਆ ਸੀ, ਮੈਨੂੰ ਬਹੁਤ ਸੀ ਯਾਰ ਉਹਨੂੰ ਜ਼ਰੂਰ ਮਿਲਣਾ ਹੈਗਾ। ਮੈਂ ਉਹਨੂੰ ਕਿਹਾ ਵੀ ਮੈਨੂੰ ਜੀ ਤੁਸੀਂ ਉਸ ਦੇਸ਼ ਘੋੜੇ ਦਾ ਉਹ ਆ ਵੀ ਤੁਸੀਂ ਮੈਨੂੰ ਉਹ ਆਪਦੇ ਨੌਜਵਾਨ ਉਹਨਾਂ ਨਾਲ ਮਿਲਾਓ, ਕਿਵੇਂ ਨੌਜਵਾਨਾਂ 'ਚ ਤੁਸੀਂ ਕੰਮ ਕਰਦੇ, ਮੈਨੂੰ ਕਾਫੀ ਦਿਸ ਰਹੇ। ਉਹ ਕਹਿੰਦਾ ਜੀ ਉਹਨੇ ਇੱਕ ਲੜਕੀ ਨੂੰ ਬੁਲਾਇਆ, ਮਤਲਬ ਹੋਊਗੀ ਉਹ ਕੋਈ 20 ਸਾਲ ਦੀ ਮੁਸ਼ਕਲ ਨਾਲ। ਕਹਿੰਦਾ ਜੀ ਇਹ ਤੁਹਾਨੂੰ ਦੱਸ ਦੇਣੀ। ਮੈਂ ਪੁੱਛਿਆ ਤੁਸੀਂ ਕੀ ਕੰਮ ਕਰਦੇ, ਕਿਵੇਂ ਕਰਦੇ ਆ? ਕਹਿੰਦੇ ਅਸੀਂ ਕਾਲਜਾਂ ਦੇ ਵਿੱਚ ਡਿਸਕਸ਼ਨਾਂ ਕਰਾਉਂਦੇ ਆ। ਮੈਂ ਕਿਹਾ ਕਿਵੇਂ ਡਿਸਕਸ਼ਨਾਂ ਕਰਾਉਂਦੇ ਆ? ਕਹਿੰਦੇ ਅਸੀਂ ਵੀ ਜਿਵੇਂ ਕਿਸੇ ਕਾਲਜ ਦੇ ਵਿੱਚ ਹੈਗੇ ਆਪਦੇ ਹੀ ਉੱਥੋਂ ਨੇੜਲੇ ਮਤਲਬ ਕੋਈ 15-20 ਸਟੂਡੈਂਟ ਇਕੱਠੇ ਕੀਤੇ, ਉਹਨਾਂ ਨੂੰ ਟੌਪਿਕ ਦਿੱਤਾ। ਮੈਂ ਕਿਹਾ ਕਿਹੋ ਜਿਹਾ ਟੌਪਿਕ? ਕਹਿੰਦਾ ਅਸੀਂ ਇੱਕ ਮਤਲਬ ਉਦਾਹਰਨ ਵਜੋਂ ਇੱਕ ਟੌਪਿਕ ਅਸੀਂ ਦਿੱਤਾ ਵੀ ਜੀਵਨ ਸਾਥੀ ਦੀ ਚੋਣ ਕਿਵੇਂ ਰੈਸ਼ਨਲੀ ਕਰੀਏ, ਤਰਕਸ਼ੀਲ ਢੰਗ ਕੀ ਆ। ਮੈਨੂੰ ਬੜਾ ਇੰਟਰਸਟਿੰਗ ਲੱਗਿਆ। ਮੈਂ ਕਿਹਾ ਕੀ ਤੁਸੀਂ? ਕਹਿੰਦੀ ਵੀ ਅਸੀਂ ਜਿਵੇਂ ਇਹ ਕਹਿੰਦੇ ਆ ਵੀ ਜੇ ਤੁਸੀਂ ਇਕੱਲਾ ਜਿਹੜਾ ਨੌਜਵਾਨ ਚੋਣ ਕਰਦਾ ਹੈ ਉਹ ਇਕੱਲਾ ਫਿਜ਼ੀਕਲ ਅਟਰੈਕਸ਼ਨ ਦੇਖ ਲੈਂਦਾ ਹੈਗਾ, ਭਾਵੁਕ ਹੋ ਜਾਂਦਾ ਜਾਂ ਉਹਦੇ ਬਾਰੇ ਹੈ ਨਾ ਹੋਰ ਪੱਖ ਨੂੰ। ਜਦੋਂ ਮਾਂ ਪਿਓ ਚੋਣ ਕਰਦੇ ਇਕੱਲਾ ਉਹਦਾ ਇਕਨੋਮਿਕ ਪੱਖ ਵੇਖਦੇ ਹੈਗੇ ਆ, ਉਹ ਤੁਹਾਡੀਆਂ ਨੌਜਵਾਨਾਂ ਦੀਆਂ ਭਾਵਨਾਵਾਂ ਜਾਂ ਹੋਰ ਉਹ ਪੱਖ ਜਿਹੜੇ ਹੈਗੇ ਆ ਉਹ ਉਸ ਵੱਲ ਨੂੰ ਤਵੱਜੋ ਨਹੀਂ ਦਿੰਦੇ ਗੇ। ਅਸਲ ਦੇ ਵਿੱਚ ਇਹ ਹੈਗਾ ਵੀ ਸਾਡੇ ਕੋਲ ਤਰਕਸ਼ੀਲ ਢੰਗ ਹੋਣਾ ਚਾਹੀਦਾ ਵੀ ਅਸੀਂ ਉਹਦੇ ਵਿੱਚ ਕੁਝ ਗੱਲਾਂ ਚਲੋ ਕੀਤੀਆਂ ਵੀ ਜਿਵੇਂ ਸੁਭਾਅ ਰਲਦੇ ਹੋਣ, ਤੁਹਾਡੀ ਸੋਚ ਰਲਦੀ ਹੋਵੇ, ਤੁਹਾਡਾ ਗਾਹ ਨੂੰ ਮੰਨ ਲਓ ਤੁਸੀਂ ਜ਼ਿੰਦਗੀ ਜਿਉਣੀ ਆ, ਉਹ ਕਮਾਉਣ ਵਾਲੇ ਵੀ ਹੋਣ, ਮੰਨ ਲਓ ਕੀ ਸਾਧਨ ਆ, ਹੈ ਨਾ, ਇਸ ਤਰ੍ਹਾਂ ਕੈਰੀਅਰ ਕੀ ਆ, ਸਾਰੀਆਂ ਗੱਲਾਂ ਵੀ ਦੇਖ ਕੇ ਮੈਨੂੰ ਬੜਾ ਮੰਨ ਲਓ ਇਹ ਲੱਗਿਆ ਕਿ ਸਾਡੇ ਵੀ ਇਸ ਤਰ੍ਹਾਂ ਦੀ ਜਿਹੜੀ ਹੈਗੀ ਆ ਨਾ ਲੋੜ ਆ ਵੀ ਨੌਜਵਾਨ ਜਿਹੜੇ ਸਾਡੇ ਨਾਲ ਜੁੜੇ ਹੋਏ ਆ, ਇਸ ਤਰ੍ਹਾਂ ਦੇ ਹੋਰ ਵੀ ਟੌਪਿਕ ਬਹੁਤ ਹੈਗੇ ਆ। ਕੈਰੀਅਰ ਬਾਰੇ ਹੋ ਸਕਦੇ ਆ, ਹੋਰ ਹੋ ਸਕਦੇ ਹੈਗੇ ਆ, ਸਿਆਸਤ ਬਾਰੇ ਹੋ ਸਕਦੇ ਵੀ ਕਿਵੇਂ ਡਿਸਕਸ਼ਨਾਂ ਕਰਾਈਆਂ ਜਾਣ। ਤੇ ਪਰ ਬਾਹਰੋਂ ਵੱਡੇ ਬੰਦੇ ਯਾਨੀ ਜੇ ਹੁਣ ਜਿਹੜਾ ਹੈਗਾ ਨਾ ਜਾ ਕੇ ਉਹਦੇ ਨਾਲ ਉਹ ਇੱਕ ਜਿਹੜੀ ਹੈਗੀ ਨਾ ਖੁੱਲ੍ਹ ਨਹੀਂ ਬਣਦੀ। ਸੋ ਇਹ ਸਾਡੇ ਅੱਗੇ ਇੱਕ ਵੱਡਾ ਜਿਹੜਾ ਹੈਗਾ ਕੰਮ ਆ। ਇੱਕ ਮੈਨੂੰ ਲੱਗਦਾ ਹੈਗਾ ਸੋਸ਼ਲ ਮੀਡੀਆ ਰਾਹੀਂ ਅਸੀਂ ਨੌਜਵਾਨ ਵਰਗ ਤੱਕ ਜਾ ਸਕਦੇ ਹਾਂ। ਮਤਲਬ ਕੁਛ ਤਜਰਬਾ ਮਤਲਬ ਪਿਛਲੇ ਮਹੀਨੇ ਦੇ ਵਿੱਚ ਹੀ 3-4 ਬੰਦਿਆਂ ਤੁਸੀਂ ਨਾ ਸੋਸ਼ਲ ਮੀਡੀਆ 'ਤੇ ਫੇਸਬੁੱਕ ਵਗੈਰਾ ਦੇਖੋ, ਉਹਦੇ ਤੁਹਾਨੂੰ ਲੱਗਦਾ ਹੋਊਗਾ ਵੀ ਕਈ ਮੁੰਡਿਆਂ ਦੇ ਜਾਂ ਮਤਲਬ ਨੌਜਵਾਨਾਂ ਦੇ ਬੜੇ ਵਧੀਆ ਵਿਚਾਰ ਤੁਹਾਨੂੰ ਲੱਗਦੇ ਹੈਗੇ, ਉਹਦੇ ਨਾਲ ਕੰਟੈਕਟ ਕੀਤਾ ਜਾਵੇ। ਅਸੀਂ ਇਹ 3 ਬੰਦਿਆਂ ਮਤਲਬ ਸਫਲ ਹੋਏ ਆ। ਮਤਲਬ ਇੱਕ ਨੇ ਤਾਂ ਖੈਰ ਉਹਨੇ ਤਾਂ ਜਿੰਦਲ ਭਰੌੜ ਦੀਆਂ ਵੀਡੀਓ ਦੇਖਿਆ ਸੀ, ਉਹ ਤਾਂ ਆਪਦੀ ਆਪ ਹੀ ਉਹਨੇ ਫੋਨ ਕੀਤਾ ਜੀ ਮੈਂ
ਤਰਕਸ਼ੀਲ ਸੁਸਾਇਟੀ ਨਾਲ ਐ ਜੁੜਨਾ ਚਾਹੁੰਦਾ ਸੀ, ਉਹਨੂੰ ਮੈਂਬਰ ਵੀ ਬਣਾ ਲਿਆ। ਉਹ ਥੋੜਾ ਨਵਾਂ ਵਿਆਹਿਆ ਤੇ ਮਤਲਬ 25-26 ਸਾਲ ਦੀ ਏਜ। ਇੱਕ ਮੁੰਡੇ ਨੇ ਯਾਨੀ ਫੇਸਬੁੱਕ ਤੇ ਕਿਸੇ ਕੋਈ ਜਿਵੇਂ ਫੇਸਬੁੱਕ ਤੇ ਬਹੁਤ ਸਾਰੇ ਇਸ ਤਰ੍ਹਾਂ ਟੌਪਿਕ ਚੱਲਦੇ ਰਹਿੰਦੇ ਆ, ਰੱਬ ਬਾਰੇ ਵੀ ਤੁਹਾਨੂੰ ਪਤਾ ਬਹਿਸ ਚੱਲਦੀ ਰਹਿੰਦੀ ਆ, ਅੰਧ ਵਿਸ਼ਵਾਸਾਂ ਬਾਰੇ, ਧਰਮਾਂ ਬਾਰੇ ਚੱਲਦੇ ਰਹਿੰਦੇ। ਇੱਕ ਨੇ ਪੁਆਇੰਟ ਪਾਇਆ ਵੀ ਮੈਂ ਸ਼ੁਰੂ ਤੋਂ ਬਚਪਨ ਤੋਂ ਹੀ ਕਹਿੰਦਾ ਮੈਂ ਨਾਸਤਿਕ ਹਾਂ, ਪਰ ਮੈਨੂੰ ਕਹਿੰਦਾ ਇਹੋ ਜਿਹੀਆਂ ਕਿਤਾਬਾਂ ਚਾਹੀਦੀਆਂ ਜਾਂ ਜਿਹਦੇ ਨਾਲ ਮੈਂ ਦਲੀਲਾਂ ਦੇ ਸਕਾਂ। ਮੈਂ ਉਹਦਾ ਵੇਖਿਆ ਵੀ ਫੇਸਬੁੱਕ ਅਕਾਊਂਟ ਤੋਂ ਉਹਦਾ ਉਹ ਫੋਨ ਨੰਬਰ ਲੈ ਲਿਆ, ਠੀਕ ਆ। ਫੋਨ ਨੰਬਰ 'ਤੇ ਮੈਂ ਫੋਨ ਕਰ ਲਿਆ। ਮੈਂ ਕਿਹਾ ਵੀ ਕੀ ਕਰਦਾ? ਕਹਿੰਦਾ ਮੈਂ ਹੁਣੇ ITI ਦੇ ਵਿੱਚੋਂ ਡਿਪਲੋਮਾ ITI ਦਾ ਜਿਹੜਾ ਵੈਲਟਰ ਦਾ ਜਾਂ ਕਰਦਾ ਕਰਕੇ ਹੁਣੇ ਪੇਪਰ ਦੇ ਕੇ ਹਟਿਆ। ਮੈਂ ਕਿਹਾ ਤੇਰੇ ਇਹ ਵਿਚਾਰ ਕੀ ਪੜ੍ਹਿਆ ਤੂੰ? ਆ ਸਾਡੀ ਤਰਕਸ਼ੀਲ ਸੁਸਾਇਟੀ ਦੀਆਂ ਜਿਹੜੀਆਂ ਆਪਣੀਆਂ ਕਿਤਾਬਾਂ, ਮੈਨੂੰ ਆਏ ਸੀ ਵੀ ਇੱਕ ਅੱਧੀ ਕੋਈ ਕਿਤਾਬ ਪੜ੍ਹੀ ਨਾ ਜੀ, ਮੈਂ ਤਾਂ ਕੋਈ ਕਿਤਾਬ ਨਹੀਂ ਪੜ੍ਹੀ, ਨਾ ਹੀ ਮੈਨੂੰ ਪਤਾ ਕਦੇ ਨਾ ਸੁਣਿਆ। ਮੈਂ ਕਿਹਾ ਚੱਲ ਮੈਂ ਤੈਨੂੰ ਇਹ ਕਿਤਾਬਾਂ ਦੇਵਾਂਗਾ ਵੀ ਜਿਵੇਂ ਆ ਮੈਂ ਨਾਸਤਿਕ ਕਿਉਂ ਚ ਤੁਹਾਨੂੰ ਦਲੀਲਾਂ ਇਹ ਮੈਂ ਵੀ। ਉਹ ਬੜਾ ਖੁਸ਼ ਹੋਇਆ। ਹੁਣ ਉਹ ਮੰਨ ਲਓ ਲਿੰਕ 'ਚ ਹੈ। ਇਹ ਵੈਸੇ ਨਾ ਢੰਗ ਇਹ ਤਾਂ ਜਿਹੜੀਆਂ ਅੱਤਵਾਦੀ ਜਥੇਬੰਦੀਆਂ ISI ਉਹ ਵੀ ਇਹੀ ਢੰਗ ਅਪਣਾਉਂਦੀਆਂ ਵੀ ਸੋਸ਼ਲ ਮੀਡੀਆ ਤੋਂ ਵੇਖਦੇ ਆ ਵੀ ਕਿਹੜੇ ਵਿਚਾਰ ਸਾਡੇ ਨਾਲ ਮਿਲਦੇ ਜਾਂ ਮਤਲਬ ਹੰਗਾਰਾ ਭਰ ਸਕਦਾ, ਉਹਨੂੰ ਉਹ ਲਿੰਕ ਫੋਨ ਫਾਨ ਕਰਕੇ ਕਰ। ਮਤਲਬ ਮੈਨੂੰ ਲੱਗਦਾ ਕੁਛ ਇਸ ਤਰ੍ਹਾਂ ਦੀਆਂ ਵੀ ਜਿਹੜੀਆਂ ਹੈਗੀਆਂ ਸਾਨੂੰ ਨਾ ਸਰਗਰਮੀਆਂ ਸੋਸ਼ਲ ਮੀਡੀਆ ਤੋਂ ਜਿਹੜੀ ਹੈਗੀ ਹੈ ਨਾ ਖੋਜ ਉਹ ਕਰਨੀ ਚਾਹੀਦੀ। ਜੇ ਨੌਜਵਾਨਾਂ ਦੇ ਵਿੱਚੋਂ ਮਤਲਬ ਮੈਨੂੰ ਹੁਣ ਇੱਥੇ 3-4 ਕੀ ਦਿਸ ਰਹੇ ਹੈਗੇ ਆ ਤੇ ਹਾਂ ਰਜਿੰਦਰ ਤਾਂ ਹੁਣ ਮੇਰਾ ਖਿਆਲ ਨਹੀਂ ਨੌਜਵਾਨਾਂ ਹੀ ਰਿਹਾ ਹੋਣਾ ਹੈ ਨਾ। ਤੇ ਵੀ ਇਹ ਇੱਕ ਸਾਡੇ ਕਰਨ ਵਾਲਾ ਜਿਹੜਾ ਹੈਗਾ ਕਾਰਜ ਆ। ਇੱਕ ਮੈਨੂੰ ਲੱਗਦਾ ਹੈਗਾ ਵੀ ਸਮਾਜਿਕ ਖੇਤਰ ਦੇ ਵਿੱਚ ਕੰਮ ਕਰਨ ਦੀ ਸਮਾਜਿਕ ਕੰਮ RSS ਨੇ ਬਹੁਤ ਕਰਦੀ ਆ ਉਹ ਕੰਮ ਨਾ। ਇਹੋ ਜਿਹੇ ਜਿਹੜੇ ਹੈਗੇ ਆ ਭਾਵੇਂ ਉਹ ਭਾਰਤ ਵਿਕਾਸ ਪ੍ਰੀਸ਼ਦ ਬਣਾ ਦੇ, ਮਤਲਬ ਸਾਡਾ ਇੱਕ ਬੰਦਾ ਹੁੰਦਾ ਉਹਨੂੰ ਤਰਕਸ਼ੀਲ ਦਾ ਮੈਂਬਰ ਬਣਾ ਲਿਆ ਪਹਿਲਾਂ ਤੋਂ ਹੀ ਲੈਫਟ। ਉਹ ਚੰਗਾ ਬੁਲਾਰਾ ਜਿਵੇਂ ਥੋੜ੍ਹੇ ਜਿਹੇ ਸਰਗਰਮ ਹੁੰਦੇ ਆ, ਉਹਨੂੰ ਉਹਨਾਂ ਨੇ ਭਾਰਤ ਵਿਕਾਸ ਪ੍ਰੀਸ਼ਦ ਦਾ ਉੱਥੇ ਕੋਟਕਪੂਰੇ ਮਤਲਬ ਪ੍ਰਧਾਨ ਬਣਾਤਾ। ਮੈਂ ਉਹਨੂੰ ਆਖਿਆ ਯਾਰ ਤੂੰ ਇਹ ਸੰਸਥਾ ਇਸ ਤਰ੍ਹਾਂ ਦੀ ਆ? ਕਹਿੰਦਾ ਨਹੀਂ ਜੀ, ਕਹਿੰਦਾ ਮੈਂ ਤਾਂ ਭਾਜੀ ਗੁਰਸ਼ਰਨ ਸਿੰਘ ਹੋਰਾਂ ਦੇ ਨਾਟਕ ਕਰਾਉਣੇ ਆ। ਉਹਦੇ ਵਾਲਾ ਨਾਟਕ ਕਰਾਏ। ਉਹ ਲੋਕਲ ਬੰਦਿਆਂ ਨੂੰ ਤਾਂ ਉਹਨਾਂ ਦੇ ਉਹਨੂੰ ਹੇਠਾਂ ਪਤਾ ਹੁੰਦਾ ਵੀ ਸਾਡੀ ਵਿਚਾਰਧਾਰਾ ਦੇ ਵਿੱਚ ਇਹ ਭਾਜੀ ਵਾਲਾ ਵਿਚਾਰ ਉਲਟਾ। ਉਦੋਂ ਤਾਂ ਉਹ ਕਹਿੰਦਾ ਹੀ ਦੇਖਿਆ ਮੈਂ ਮਤਲਬ ਇਹਦਾ ਵਧੀਆ ਸ਼ਹਿਰ ਦੇ ਜਿਹੜੇ ਹੈਗੇ ਬਾਣੀਆਂ ਨੂੰ ਲੈ ਕੇ ਆ ਉਹਨਾਂ ਤੱਕ ਪਹੁੰਚਾਤਾ। ਉਦੋਂ ਬਾਅਦ ਕੀ ਹੋਇਆ, ਉਹਨਾਂ ਦੀ ਪੇਸ਼ੀ ਪੈ ਗਈ ਇੱਥੇ ਚੰਡੀਗੜ੍ਹ ਜਿਹੜੀ ਭਾਰਤ ਵਿਕਾਸ ਪ੍ਰੀਸ਼ਦ ਦੀ ਸੂਬਾ ਇਕਾਈ ਹੈ। ਉਹਦੇ ਜੋ ਕਹਿੰਦੇ ਵੀ ਤੁਸੀਂ ਉਹ ਭਾਈ ਮੰਨਾ ਸਿੰਘ ਨੂੰ ਕਿਵੇਂ ਬੁਲਾਇਆ, ਉਹਦਾ ਆਪਣੇ ਵਿਚਾਰ ਉਲਟਾ। ਫਿਰ ਉਹਨੂੰ ਉਹ ਗੱਲ ਦੀ ਯਾਨੀ ਸਮਝ ਲੱਗੀ। ਮੇਰਾ ਕਹਿਣ ਤੋਂ ਭਾਵ ਆ ਵੀ ਉਹ ਆਮ ਸਮਾਜਿਕ ਜਿਨ੍ਹਾਂ ਦੇ ਵਿੱਚ ਥੋੜ੍ਹੀ ਜਿਹਾ ਹੁੰਦਾ ਨਾ ਕੰਮ ਕਰਨ ਦੀ, ਉਹਨਾਂ ਨੂੰ ਉਹ ਐਂ ਨਾਲ ਜੋੜ ਲੈਂਦੇ। ਦੂਜੇ ਪਾਸੇ ਅਸੀਂ ਕਈ ਵਾਰੀ ਇਸ ਪਾਸੇ ਪੈਂਦੇ ਨਹੀਂ ਗੇ। ਮਤਲਬ ਮੈਨੂੰ ਬਹੁਤ ਫਾਇਦਾ ਨਾ ਇੱਕ ਉੱਥੇ ਸਾਡੇ ਪਿੰਡੇ ਨੇੜੇ ਪਿਉੜੀ ਪਿੰਡ ਉੱਥੇ ਤਰਕਸ਼ੀਲ ਮੇਲਾ ਕਰਾਇਆ। ਮੇਰੇ ਨਾਲ ਇੱਕ ਹੋਰ ਪ੍ਰੋਫੈਸਰ ਹੀ ਸੀਗਾ, ਉਹਦਾ ਪਿੰਡ ਸੀ। ਉਹਨੇ ਚਲੋ ਤੁਸੀਂ ਵੀ ਨਾਲ ਚੱਲੋ ਤੇ ਅਸੀਂ ਉੱਥੇ ਪਿੱਛੇ ਜੇ ਖੜ੍ਹ ਗਏ ਤਾਂ ਉੱਥੇ ਕੋਈ ਉਹਦੀ ਜਾਣ ਪਛਾਣ ਦਾ ਮਤਲਬ ਸਰਗਰਮ ਜਿਹਾ ਮੁੰਡਾ ਮਿਲਿਆ। ਉਹ ਨਾਲ ਉਹ ਗੱਲਾਂ ਗੁੱਲਾਂ ਕਰਦਾ ਰਿਹਾ। ਮੈਂ ਉਹ ਪੁੱਛ ਲਿਆ, ਮੈਂ ਕਿਹਾ ਯਾਰ ਤੁਸੀਂ ਇਹਨਾਂ ਨਾਲ ਸਹਿਯੋਗ ਨਹੀਂ ਤਰਕਸ਼ੀਲ ਸੁਸਾਇਟੀ ਨਾਲ ਵੀ ਕਰਦੇ ਆ ਸਹਿਯੋਗਾਂ ਦੇ ਨਹੀਂ ਕਰਦੇ? ਮੈਂ ਕਿਉਂ? ਕਹਿੰਦਾ ਇਹ ਨਹੀਂ ਸਾਡੇ ਨਾਲ ਕਰਦੇ। ਮੈਂ ਕਿਹਾ ਕੀ ਨਹੀਂ ਕਰਦੇ? ਕਹਿੰਦਾ ਅਸੀਂ ਇੱਥੇ ਨਸ਼ੇ ਛਡਾਉਣ ਵਾਸਤੇ ਮੁਹਿੰਮ ਚਲਾਈ ਹੋਈ ਆ, ਪਹਿਰਾ ਲਾਉਣੇ ਆ, ਜਿਹੜੇ ਨਸ਼ੇੜੀ ਆ ਉਹਨਾਂ ਨੂੰ ਉਹਨਾਂ ਦਾ ਇਲਾਜ ਕਰਾਉਣੇ ਆ, ਪਹਿਲਾਂ ਸਮਝਾਉਣੇ ਆ, ਜੇ ਨਹੀਂ ਤਾਂ ਫਿਰ ਇਲਾਜ ਕਰਾਉਣੇ ਆ ਸਭ ਕੁਛ। ਇਹ ਕਹਿੰਦਾ ਜਮਾਂ ਹੀ ਸਾਡੇ ਇਸ ਦੇ ਵਿੱਚ ਕਦੇ ਆਉਂਦੇ ਹੀ ਨਹੀਂ ਗੇ। ਮੈਨੂੰ ਲੱਗਿਆ ਵੀ ਇਹ ਗੱਲ ਉਹਨਾਂ ਦਾ ਜਾਇਜ਼ ਆ ਵੀ ਸਾਨੂੰ ਜਿਹੜੇ ਹੈਗੇ ਨਾ ਸਮਾਜਿਕ ਕਾਰਜਾਂ ਦੇ ਰਾਹੀਂ ਵੀ ਜਿਹੜਾ ਹੈਗਾ ਇਹ ਸਾਡੀ ਐਂਟਰੀ ਸਮਾਜ ਦੇ ਨਾਲ ਜੋੜਨ ਦੇ ਵਿੱਚ ਇਹ ਗੱਲਾਂ ਸਹਾਈ ਹੋ ਸਕਦੀਆਂ ਨੇ। ਚਲੋ ਮੇਰਾ ਖਿਆਲ ਆਪਾਂ ਇਹਦੇ 'ਤੇ ਕੁਛ ਗਾਂਹ ਡਿਸਕਸ, ਕਿਉਂਕਿ ਮੈਂ ਹਰ ਵਾਰੀ ਇਹ ਕਹਿੰਦਾ ਹੁੰਦਾ ਵੀ ਇੱਕ ਬੰਦੇ ਦੇ ਬੋਲੀ ਜਾਣ ਨਾਲੋਂ ਹੈ ਨਾ ਪੈਸਿਵ ਜਿਹੜਾ ਹੈਗਾ ਸਰੋਤੇ ਬਣ ਕੇ ਉਹਦੀ ਬਜਾਏ ਆਪਾਂ ਜੇ ਡਿਸਕਸ਼ਨ 'ਚ ਪਈਏ ਤਾਂ ਪੁਆਇੰਟ, ਕਿਉਂਕਿ ਮੈਨੂੰ ਇਹ ਲੱਗਦਾ ਹੈਗਾ ਵੀ ਸਾਨੂੰ ਇਸ ਬਾਰੇ ਅਸੀਂ ਸਾਰੇ ਇਹ ਮੰਥਨ ਚੱਲ ਰਿਹਾ ਜਿਵੇਂ ਤੁਹਾਡੇ ਜ਼ੋਨ 'ਚ ਇਹ ਹੋ ਰਿਹਾ, ਸਾਰੇ ਹੋਰ ਜ਼ੋਨਾਂ ਦੇ ਵਿੱਚ ਵੀ
ਇਹਨਾਂ ਗੱਲਾਂ ਦੇ ਉੱਤੇ ਬਹਿਸ ਵਿਚਾਰ ਚੱਲ ਰਹੀ ਹੈ ਕਿ ਅਸੀਂ ਇਸ ਖੜੋਤ ਨੂੰ ਤੋੜ ਕੇ ਨੌਜਵਾਨਾਂ 'ਚ ਹੋਰ ਵਰਗਾਂ ਦੇ ਵਿੱਚ ਕਿਵੇਂ ਅੱਗੇ ਜਿਹੜਾ ਹੈਗਾ ਵਧੀਏ। ਵੀ ਸਾਡਾ ਪਿਛਲੇ ਬਹੁਤ ਸਾਲਾਂ ਤੋਂ ਜਿਹੜਾ ਮੈਗਜ਼ੀਨ ਦਾ ਵੀ ਉੱਥੇ ਹੀ 12,000 ਤੇ 14,000 ਤੇ ਖੜਾ ਹੈਗਾ। ਅਸੀਂ ਹੁਣ ਕਿਵੇਂ ਵਿਕਾਸ ਕਰੀਏ, ਕਿਹੜੇ ਢੰਗਾਂ ਨਾਲ? ਸੋ ਜੇ ਤੁਹਾਡੇ ਸੁਝਾਅ ਆਉਣਗੇ ਤਾਂ ਮੈਨੂੰ ਲੱਗਦਾ ਵੀ ਇਹ ਸਾਡੀ ਸਾਂਝੀ ਆਮ ਸੂਝ ਬਣੂਗੀ ਤਾਂ ਅਸੀਂ ਇਹਦੇ ਬਾਰੇ ਕੋਈ ਬਕਾਇਦਾ ਜਿਹੜਾ ਹੈਗਾ ਨੀਤੀਆਂ। ਤਾਂ ਮੇਰੀਆਂ ਕੁਛ ਆਬਜ਼ਰਵੇਸ਼ਨ ਜੋ ਮੈਂ ਸੋਚਿਆ ਹੈ ਨਾ, ਜਾਂ ਕੁਛ ਅਸੀਂ ਹੋਰ ਮਤਲਬ ਜਿਹੜੇ ਹੈਗੇ ਆਗੂਆਂ ਨਾਲ ਗੱਲਬਾਤ ਦੇ ਵਿੱਚੋਂ ਲੱਗਿਆ, ਤੇ ਬਾਕੀ ਗੱਲਾਂ ਆਪਾਂ ਫਿਰ ਉਹਨਾਂ ਦੇ ਨਾਲ बहुत धन्यवाद डॉक्टर राजपाल जी जिन्होंने काफ़ी व्याख्या अपनी गल की है। कुछ गल्लां होर तुहाडे विचों सामने आउणगीआं ते मैं कुछ सवाल जिहड़े एक दो दिमाग च आउंदे आ उस तो शुरुआत करांगे ते राजपाल जी बाद दे विच उन्हां बारे स्पष्ट भी करनगे। एक गल जिहड़ी अक्सर तुसीं सारियां यूनिटां दे विचों जिथे जिथे भी काम कर रहे हैं पिछले समय च कई इकाइयां ने पाठक मिलनियां करवाइयां, तरकशील पाठक मिलनियां जिहड़े आपां कहने भी साडा 12,000 या 14,000 मैगजीन है जिहड़ा निकलदा है ते ओह वख-वख पिंडां दे विच वख-वख लोकां तक जांदा है। इह 'च कोई शक नहीं है, पर ਅਸੀਂ ਜੋ ਤਜਰਬਾ ਉਹਨਾਂ ਪਾਠਕ ਕਮਿਊਨਿਟੀਆਂ ਦੇ ਵਿੱਚੋਂ ਸਿੱਖਿਆ ਉਹਦੇ 'ਚ ਕੁਝ ਗੱਲਾਂ ਸਪਸ਼ਟ ਹੋਈਆਂ ਨੇ ਵੀ ਮੈਗਜ਼ੀਨ ਦਾ ਪਾਠਕ ਹੋਣ ਨਾਲ ਜ਼ਰੂਰੀ ਨਹੀਂ ਹੈ ਵੀ ਉਹ ਸਾਡੀ ਵਿਚਾਰਧਾਰਾ ਅਨੁਸਾਰ ਸਾਡੇ ਐਕਸ਼ਨਾਂ ਦੇ ਵਿੱਚ ਸ਼ਾਮਲ ਹੋਊ। ਅਸੀਂ ਜੋ ਐਕਸ਼ਨ ਇਸ ਸਮਾਜ ਦੇ ਵਿੱਚ ਕਰਨਾ ਚਾਹੁੰਦੇ ਹਾਂ ਉਹਦੇ ਵਿੱਚ ਸ਼ਮੂਲੀਅਤ ਨਹੀਂ ਹੁੰਦੀ। ਇੱਥੋਂ ਤੱਕ ਵੀ ਪਾਠਕ ਮਿਲਣੀਆਂ ਦੇ ਵਿੱਚ ਵੀ ਅਸੀਂ ਵਾਰ-ਵਾਰ ਜ਼ੋਰ ਲਾ ਕੇ, ਇਸ ਵਾਰੀ ਪਿਛਲੀ ਵਾਰੀ ਅਸੀਂ ਲੁਧਿਆਣੇ ਦੇ ਵਿੱਚ ਪਾਠਕ ਮਿਲਣੀ ਕੀਤੀ, ਬਲਵੀਰ ਸਿੰਘ ਲੰਗੋਵਾਲ ਜੀ ਸਾਡੇ ਸੰਪਾਦਕ ਵੱਲੋਂ ਮਿਲਣੀ ਦੇ ਵਿੱਚ ਆਏ ਵੀ, ਮਤਲਬ ਬਹੁਤ ਜ਼ੋਰ ਨਾਲ 2-3 ਪਾਠਕਾਂ ਤੋਂ ਬਿਨਾਂ ਮਤਲਬ ਕੋਈ ਜਿਹੜੇ ਬਾਹਰੋਂ ਪਿੰਡਾਂ ਦੇ ਵਿੱਚੋਂ ਆਏ ਉਹ ਆਏ ਤੇ ਬਾਕੀ ਸਾਰੇ ਇੱਥੋਂ ਤੱਕ ਵੀ ਆਪਣੇ ਮੈਂਬਰ ਵੀ ਉਹਨਾਂ ਪਾਠਕ ਮਿਲਣੀਆਂ ਦੇ ਵਿੱਚ ਸ਼ਾਮਲ ਨਹੀਂ ਹੁੰਦੇ, ਜਿਹੜੀ ਸਾਡੇ ਲਈ ਬਹੁਤ ਹੀ ਮੈਂ ਸਮਝਦਾ ਵੀ ਚਿੰਤਾ ਦਾ ਵਿਸ਼ਾ ਹੈ। ਤੇ ਸਾਡੇ ਕੰਮਾਂ ਦਾ ਸਾਡੇ ਹੋਰ ਜਿਹੜੇ ਐਕਸ਼ਨ ਅਸੀਂ ਕਰਨੇ ਹੁੰਦੇ ਆ ਸਮਾਜ ਦੇ ਵਿੱਚ ਉਹਨਾਂ ਦੀ ਕੀ ਇੰਪੋਰਟੈਂਸ ਹੈ, ਕੀ ਮਹੱਤਤਾ, ਜਾਂ ਤਾਂ ਮਤਲਬ ਉਹ ਲੋਕ ਆਪਣੇ ਸਮਝਦੇ ਨਹੀਂ ਹੈ ਤੇ ਜਾਂ ਉਹਨਾਂ ਨੂੰ ਫਿਰ ਆਪਾਂ ਜਿਹੜੀਆਂ ਅੱਜ ਦੀ ਵਰਕਸ਼ਾਪ ਹੈ ਰੱਖੀ ਇਹਦਾ ਮੰਤਵ ਵੀ ਇਹ ਸੀ ਵੀ ਘੱਟੋ ਘੱਟ ਸਾਨੂੰ ਆਪਣੇ ਕੰਮਾਂ ਕਾਰਾਂ ਦਾ ਜਿਹੜਾ ਲੇਖਾ ਜੋਖਾ ਜ਼ਰੂਰ ਕਰਨਾ ਚਾਹੀਦਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਘਾਟਾਂ ਸਾਡੇ ਕੰਮਾਂ ਦੇ ਵਿੱਚ ਰਹਿ ਰਹੀਆਂ ਨੇ ਉਹਨਾਂ ਨੂੰ ਅਸੀਂ ਕਿਵੇਂ ਦੂਰ ਕਰਨਾ, ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਮਤਲਬ ਉਹ ਲੋਕਾਂ ਨੂੰ ਆਪਾਂ ਆਪਣੇ ਕਲਾਵੇ ਦੇ ਵਿੱਚ ਲੈ ਕੇ ਜਿਹੜੇ ਅਸੀਂ ਉਹਨਾਂ ਲੋਕਾਂ ਦੀ ਵਿਚਾਰਧਾਰਾ ਜਿਹੜੀ ਸਾਡੇ ਉਲਟ ਹੈ, ਜਿਵੇਂ ਰਾਜਪਾਲ ਜੀ ਨੇ ਉਦਾਹਰਨ ਦਿੱਤੀ ਹੈ ਵੀ ਜਦੋਂ 2 ਟ੍ਰੇਨਾਂ ਇੱਕ ਲਾਈਨ 'ਤੇ ਆਉਣਗੀਆਂ ਤਾਂ ਟਕਰਾਉਣਗੀਆਂ ਹੀ ਉਹ। ਸੋ ਅਸੀਂ ਜਦੋਂ ਟੱਕਰਨ ਦੀ ਨੀਤੀ ਮਤਲਬ ਅਪਣਾਈ ਬੈਠੇ ਹਾਂ ਤਾਂ ਉਹ ਬਿਨਾਂ ਸਾਡੇ ਸਹਿਯੋਗੀਆਂ ਤੋਂ ਉਹ ਟੱਕਰ ਦੇਣੀ ਜਿਹੜੀ ਹੈ ਮੈਂ ਸਮਝਦਾ ਵੀ ਸੰਭਵ ਹੈ। ਦੂਜੀ ਗੱਲ ਜਿਹੜੀ ਰਾਜਪਾਲ ਜੀ ਉਹਨਾਂ ਨੇ ਵੀ ਕੀਤੀ ਆ ਵੀ ਜਦੋਂ ਤਰਕਸ਼ੀਲ ਸੋਸਾਇਟੀ ਹੋਣ ਚਾਹੀ ਹੈ 1984 ਦੇ ਵਿੱਚ ਉਦੋਂ ਮੰਨਿਆ ਵੀ ਬਹੁਤ ਕੰਮ ਹੋਇਆ ਸਾਡੇ ਵੱਖ-ਵੱਖ ਸੁਸਾਇਟੀਆਂ ਦੇ ਵਿੱਚ ਪੰਜਾਬ ਦੇ ਵਿੱਚੋਂ, ਮਤਲਬ ਇਸ ਤਰ੍ਹਾਂ ਦੇ ਜਿਹੜੇ ਆ ਪ੍ਰੋਗਰਾਮ ਬਣਾ ਕੇ ਇਕਾਈਆਂ ਨੂੰ ਦਿੱਤੇ ਜਾਂਦੇ ਸੀ। ਜੋਨ ਤਾਂ ਚਲੋ ਬਾਅਦ 'ਚ ਆਇਆ। ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੇ ਉੱਤੇ, ਉਹਦੇ ਸ਼ਹੀਦੀ ਦਿਨ ਦੇ ਉੱਤੇ ਆਪਾਂ ਪਿੰਡਾਂ ਦੇ ਵਿੱਚ ਕਾਫਲੇ ਲੈ ਕੇ ਜਾਂਦੇ ਸੀ, ਸੱਥਾਂ ਦੇ ਵਿੱਚ ਲੋਕਾਂ ਨੂੰ ਆਪਣੀ ਸਮਝ ਨਾਲ ਜੋੜਨ ਲਈ ਉਪਰਾਲੇ ਹੁੰਦੇ ਸੀ। ਉਹ ਕਾਫਲਾ ਪਿੰਡ ਜਾਂਦਾ ਸੀ, ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਲੈ ਕੇ ਜਾਣੀ, ਇਹ ਬਹੁਤ ਕੰਮ ਹੋਇਆ। ਮੈਂ ਸਮਝਦਾ ਵੀ ਉਹ ਜਿਹੜਾ ਕੰਮ ਹੋਇਆ ਉਸ ਵੇਲੇ ਅੱਜ ਜੋ ਤਰਕਸ਼ੀਲ ਸੋਸਾਇਟੀ ਲੋਕਾਂ ਦੇ ਵਿੱਚ ਜੋ ਇਹਦੀ ਦਿੱਖ ਬਣੀ ਹੋਈ ਹੈ ਉਸ ਸਮੇਂ ਦੇ ਕੰਮਾਂ ਨੇ ਮਤਲਬ ਬਣਾਈ ਹੋਈ। ਅੱਜ ਉਸ ਪੱਧਰ ਤੇ ਕੰਮ ਫੇਰ ਮੈਨੂੰ ਲੱਗਦਾ ਵੀ ਉਹ ਸ਼ੁਰੂ ਕਰਨ ਦੀ ਸਾਨੂੰ ਲੋੜ ਹੈ। ਅੱਜ ਫੇਰ ਉਹੋ ਜਿਹੇ ਕਾਫਲੇ
ਉਹੋ ਜਿਹੇ ਕਾਫੀ ਵੱਖ-ਵੱਖ ਵਿਗਿਆਨੀਆਂ ਦੇ ਜਨਮ ਦਿਨਾਂ ਦੇ ਉੱਤੇ ਵੱਖ-ਵੱਖ ਹੋਰ ਸਾਡੇ ਜਿਹੜੇ ਸ਼ਹੀਦ ਭਗਤ ਸਿੰਘ ਵਰਗੇ ਹੋਰ ਜਿਹੜੇ ਸਮਾਜ ਚਿੰਤਕ ਨੇ ਉਹਨਾਂ ਦੇ ਜਨਮ ਦਿਨ ਦੇ ਉੱਤੇ, ਉਹਨਾਂ ਸ਼ਹੀਦੀ ਦਿਨਾਂ ਦੇ ਉੱਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਸਰਗਰਮੀਆਂ ਸਾਨੂੰ ਕਰਨ ਦੀ ਲੋੜ ਹੈ। ਹੁਣ ਜਦੋਂ ਆਪਾਂ ਸਰਗਰਮੀਆਂ ਵਿੜਦੇ ਵੀ ਆ ਪਿਛਲੇ ਸਮੇਂ 'ਚ ਆਪਾਂ ਨਰਿੰਦਰ ਦਬੋਲਕਰ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਉਹ ਵੱਖ-ਵੱਖ ਸਰਗਰਮੀਆਂ ਕਰਨ ਦੀ ਕੋਸ਼ਿਸ਼ ਕੀਤੀ। ਮੈਨੂੰ ਨਹੀਂ ਲੱਗਦਾ ਵੀ ਕਿਸੇ ਇਕਾਈ ਨੇ ਮਤਲਬ ਉਹ ਸ਼ਿੱਦਤ ਨਾਲ ਜਿਹੜੀ ਉਹ ਜ਼ਿੰਮੇਵਾਰੀ ਆਪਣੀ ਨਿਭਾਈ ਹੋਊ। ਸੋ ਸਾਨੂੰ ਆਪਣੇ ਵਿੱਚ ਜੋ ਕਮੀਆਂ ਪੇਸ਼ੀਆਂ ਨੇ ਇਹਨਾਂ ਵਰਕਸ਼ਾਪਾਂ ਦਾ ਰੱਖਣ ਦਾ ਮਕਸਦ ਵੀ ਇਹ ਹੈ ਵੀ ਉਹਨਾਂ ਕਮੀਆਂ ਪੇਸ਼ੀਆਂ ਨੂੰ ਆਪਾਂ ਕਿਵੇਂ ਆਉਣ ਵਾਲੇ ਸਮੇਂ ਦੇ ਵਿੱਚ ਦੂਰ ਕਰਕੇ ਅੱਗੇ ਵਧਣਾ। ਜਿਵੇਂ ਜਿਹੜੀ ਉਹ ਵਿਚਾਰਧਾਰਾ ਜਿਹਦੇ ਨਾਲ ਅਸੀਂ ਟਕਰਾਉਣਾ ਹੈ, ਕਿਵੇਂ ਉਹ ਪਿੱਛੇ ਦੀ ਸਮਾਜ ਨੂੰ ਵਿੱਚ ਰਹੀ ਹੈ, ਕਿਵੇਂ 16ਵੀਂ 17ਵੀਂ ਸਦੀ ਵਿੱਚ ਉਹ ਸਮਾਜ ਨੂੰ ਲੈ ਕੇ ਜਾ ਰਹੀ ਹੈ, ਵਿਗਿਆਨ ਨੂੰ ਇੱਕ ਪਾਸੇ ਕਰਕੇ ਉਹ ਕਿਵੇਂ ਆਪਣਾ ਰੂੜੀਵਾਦੀ ਵਿਚਾਰਾਂ ਨੂੰ ਲੋਕਾਂ ਦੇ ਵਿੱਚ ਪ੍ਰਚਾਰ ਰਹੀ ਹੈ। ਜਿਵੇਂ ਆਪਾਂ ਦੇਖੀਏ ਵੀ ਕਰੋਨਾ ਦੇ ਦੌਰ ਦੇ ਵਿੱਚ ਕਿਵੇਂ ਗੋਹਾ ਵੜ ਕੇ ਸਰੀਰ ਦੇ ਉੱਤੇ ਮੀਡੀਆ ਦੇ ਵਿੱਚ ਦੇਖਿਆ ਸਾਰਾ ਕੁਝ ਵੀ ਉਹ ਕਰੋਨਾ ਦਾ ਇਲਾਜ ਉਹਦੇ ਰਾਹੀਂ ਕੀਤਾ ਜਾ ਰਿਹਾ ਹੈ। ਡੂਕਰ ਕੀ ਉਹ ਗਊ ਡੂਕਰ ਦੇ ਨਾਲ ਇਲਾਜ ਕੀਤੇ ਜਾ ਰਹੇ। ਸੋ ਕਿਉਂਕਿ ਉਹ ਲੋਕ ਨਹੀਂ ਚਾਹੁੰਦੇ ਵੀ ਜਿਹੜੇ ਸਾਡੇ ਸਮਾਜ ਦੇ ਲੋਕ ਨੇ ਉਹਨਾਂ ਨੂੰ ਗਿਆਨ ਚੇਤਨਾ ਜਿਹੜੀ ਉਹ ਲੱਗੇ। ਸੋ ਸਾਡੀ ਅਹਿਮ ਲੋੜ ਹੈ ਵੀ ਅਸੀਂ ਉਹਨਾਂ ਗਰੀਜ਼ਾਂ ਨੂੰ ਉਹਨਾਂ ਨੂੰ ਕਿਵੇਂ ਰੱਦ ਕਰਨਾ ਹੈ। ਉਹ ਸਾਡੇ ਕੋਲ ਬਾਤਲੀਦ ਜਿਹੜਾ ਸਾਡਾ ਉਹ ਬਾਤਲੀਦ ਤਾਂ ਅਸੀਂ ਹੋਵਾਂਗੇ ਜਦੋਂ ਅਸੀਂ ਆਪਣੇ ਲਿਟਰੇਚਰ ਦੀ ਆਪਣੇ ਵਿਚਾਰਧਾਰਾ ਦੀ ਪੂਰੀ ਵਿਆਖਿਆ ਨਾਲ ਸਟੱਡੀ ਕਰਾਂਗੇ। ਤਹਿ ਤੱਕ ਜਾ ਕੇ ਉਹਦੀ ਸਟੱਡੀ ਕਰਕੇ ਲੋਕਾਂ 'ਚ ਵਿਚਰਾਂਗੇ। ਸੋ ਆਪਾਂ ਮੈਨੂੰ ਲੱਗਦਾ ਵੀ ਆਪਾਂ ਬਹੁਤ ਸਾਰੀਆਂ ਮੀਟਿੰਗਾਂ ਵੀ ਜ਼ਰੂਰਤਾਂ ਦੇ ਵਿੱਚ ਮੀਟਿੰਗਾਂ ਵੀ ਕਈ ਵਾਰੀ ਕੋਰਮ ਨਹੀਂ ਪੂਰਾ ਹੁੰਦਾ ਹੈ। ਜੋਤ ਦੀਆਂ ਮੀਟਿੰਗਾਂ ਦੇ ਵਿੱਚ ਕਈ ਵਾਰੀ ਕੋਰਮ ਨਹੀਂ ਪੂਰਾ ਹੁੰਦਾ ਹੈ। ਸੋ ਇਹ ਬਹੁਤ ਵੱਡੀਆਂ ਮੈਂ ਸਮਝਦਾ ਗੱਲਾਂ ਨੇ ਤੇ ਜਦੋਂ ਤੱਕ ਕਲਚਰਲ ਸੋਸਾਇਟੀ ਦਾ ਮੈਂਬਰ ਤੱਕ ਜਿਹੜੇ ਲੋਕ ਨੇ ਇਹ ਸਾਡੇ ਨਹੀਂ ਸਮਝਦੇ ਉਦੋਂ ਤੱਕ ਸਾਡੀ ਡਿਵੈਲਪਮੈਂਟ ਨਹੀਂ ਹੋ ਸਕੂਗੀ ਤੇ ਸਾਨੂੰ ਸਾਡੀ ਸੂਬਾ ਕਮੇਟੀ ਨੂੰ ਸਾਡੇ ਜ਼ੋਨਾਂ ਨੂੰ ਮਤਲਬ ਇਹ ਗੱਲਾਂ ਇਕਾਈਆਂ ਦੇ ਵਿੱਚ ਲੈ ਕੇ ਜਾਣ ਦੀ ਬੇਹੱਦ ਮੈਂ ਸਮਝਦਾ ਲੋੜ ਹੈ। ਮੈਂ ਤਾਂ ਹਾਲਤਾਂ ਦੀਆਂ ਜਿਹੜੀਆਂ ਬਾਹਰਮੁਖੀ ਹਾਲਤਾਂ ਨੇ ਜਦੋਂ ਤੱਕ ਸੋਸਾਇਟੀ ਹੋਣ ਦੀ ਚਾਹੀਦੀ ਹੈ, ਬਾਹਰਮੁਖੀ ਹਾਲਤਾਂ ਰਿਸਪੌਂਸ ਦਿੰਦੀਆਂ ਸੀ ਸਾਨੂੰ ਜਦ ਅਸੀਂ ਸਰਗਰਮੀਆਂ ਮਤਲਬ ਹੋਰ ਖਿੱਤਿਆਂ 'ਚ ਕਰਦੇ ਸੀਗੇ। ਹੁਣ ਜਦੋਂ ਅਸੀਂ ਸਰਗਰਮੀ ਕਰਦੇ ਹਾਂ, ਜੇ ਸਰਗਰਮੀ ਆਪਾਂ ਹੋਰ ਖਿੱਤਿਆਂ 'ਚ ਕੀ ਆਪਾਂ ਇਕਾਈ ਲੈਵਲ 'ਤੇ ਵੀ ਕਰਦੇ ਹਾਂ ਉਹਦੇ 'ਚ ਵੀ ਸਹਿਯੋਗ ਨਹੀਂ ਮਿਲਦਾ। ਜਦੋਂ ਸਾਨੂੰ ਸਹਿਯੋਗ ਨਹੀਂ ਮਿਲਦਾ ਤਾਂ ਅਸੀਂ ਉਸ ਤੋਂ ਨਿਰਾਸ਼ ਹੁੰਦੇ ਹਾਂ। ਨਿਰਾਸ਼ਤਾ ਆਉਂਦੀ ਆਪਣੇ 'ਚ ਵੀ ਅਸੀਂ ਮਤਲਬ ਕੰਮ ਕਰਨ ਦੇ ਬਾਵਜੂਦ ਫਿਰ ਵੀ ਸਾਡੇ 'ਚ ਕਮੀ ਕਿੱਥੇ ਹੈ। ਅਸਲ 'ਚ ਅੱਜ ਦਾ ਜਿਹੜਾ ਮੁੱਦਾ ਸਾਡੇ ਕੋਲੇ ਅੱਜ ਦੇ ਕਾਰਨ ਇਹ ਹੈ ਵੀ ਅਸੀਂ ਉਹ ਹਾਲਤਾਂ ਸੀਗੀਆਂ ਉਹਨਾਂ ਹਾਲਤਾਂ 'ਚ ਸਾਨੂੰ ਮਤਲਬ ਹੌਸਲਾ ਮਿਲਦਾ ਸੀਗਾ, ਹੌਸਲਾ ਵਜਾਈ ਮਿਲਦੀ ਸੀ ਜਦੋਂ ਅਸੀਂ ਪਿੰਡਾਂ 'ਚ ਜਾਂਦੇ ਸੀ ਜਾਂ ਪਿੰਡਾਂ 'ਚ ਸਾਨੂੰ ਅੱਗੇ ਹੋਰ ਵੱਡੀਆਂ ਮਤਲਬ ਵੱਡੀਆਂ ਤਾਕੀ ਨਾਟਕ ਮੇਲੇ ਕਰਾਉਣ ਦੇ ਆਪਾਂ ਨੂੰ ਉਤਸ਼ਾਹ ਮਿਲਦਾ ਸੀ ਸਮਾਜ 'ਚ। ਹੁਣ ਸਾਨੂੰ ਸਮਾਜ ਤੋਂ ਜਿਹੜੇ ਘਰਾਂ 'ਚ ਮੈਗਜ਼ੀਨ ਜਾਂਦਾ ਉਹਨਾਂ 'ਚ ਵੀ ਅਸੀਂ ਧੱਕੇ ਨਾਲ ਮੈਗਜ਼ੀਨ ਸਿੱਟ ਕੇ ਆਉਂਦੇ ਹਾਂ। ਜੇ ਮਤਲਬ ਸਹੀ ਮਾਇਨੇ 'ਚ ਅਸੀਂ ਮੈਗਜ਼ੀਨ ਦੀ ਜੇ ਮੈਗਜ਼ੀਨ ਸਹੀ ਮਾਇਨੇ ਸਾਡਾ ਉਹਨਾਂ ਤੱਕ ਜਾਂਦਾ ਹੋਵੇ ਨਾ ਫਿਰ ਤਾਂ ਸਾਨੂੰ ਆਪ ਉਹ ਆਰਾ ਮਾਰਨ ਵੀ ਤੁਹਾਡਾ ਭਾਈ ਚੰਦਾ ਖਤਮ ਹੋ ਗਿਆ, ਚੰਦਾ ਲੈ ਜਾਓ, ਸਾਨੂੰ ਤੁਸੀਂ ਮੈਗਜ਼ੀਨ ਨਹੀਂ ਆਇਆ ਸਾਡੇ ਕੋਲ। ਅਸੀਂ ਤਾਂ ਸਾਨੂੰ ਆਪ ਕਹਿਣਾ ਪੈਂਦਾ ਵੀ ਤੁਹਾਡਾ ਭਾਈ ਚੰਦਾ ਖਤਮ ਹੋ ਗਿਆ, ਮੈਗਜ਼ੀਨ ਅਗਲੇ ਦਾ ਚੰਦਾ ਦੇ ਦਿਓ ਸਾਨੂੰ। ਸਾਡੀਆਂ ਹਾਲਤਾਂ ਇਹ ਥੱਲੇ ਕਿਉਂ ਪਈਆਂ ਨੇ? ਇਹ ਸੋਚਣ ਵਾਲੀ ਗੱਲ ਇਹ ਹੈ ਵੀ ਇਹ ਹਾਲਤਾਂ ਕਿਉਂ ਨੇ। मैं जिला लुधियाने एक अपनी यूनिट काम करता हूँ सोसाइटी तो तुहाडे कुछ गल्लां मैं शेयर करूँगा जो मैं अपने तजर्बे तो सीखा वा बई जे आपां अपनी विचारधारा लोगों तक लैके जानी आ टीम एफर्ट हुंदा वा। जे आपां सोचीए टीम च एक दो बंदे ही मतलब अपनी ड्यूटी च परफॉर्म करन तां ओह अपनी गल थल्ले तक नहीं जा पाऊगी। आपां लुधियाने इकाई की गल कर लीए फॉर एग्जाम्पल जिवें साथी ने कहा भी कई बार कोरम भी पूरा नहीं हुंदा तो घट्टो घट्ट अपने ਜਿਹੜੇ विभाग दिते ने जी टीम एक्शन कमेटी हुंदी अपनी उन्हें स्कूलिंग होना बहुत जरूरी है ताकि सारे अपने डिपार्टमेंट सही तरह देखण। जे उत्थे अपना कोरम पूरा ना होए वही अपने दो तीन बंदे जोर लाई जाण और रिजल्ट नहीं ना आ सकते कदी फिर ਉਹਦੇ टीम च रिजल्ट नहीं आउणगे ਉਹਦੇ ਇੱਕਾ ਦੁੱਕਾ ਆਪਾਂ ਜਿੱਤਾ ਲੈ ਲਾਂਗੇ टीम एफर्ट रिजल्ट नहीं आउणगे। ਅੱਜ ਦਾ ਇਹ ਪ੍ਰੋਗਰਾਮ ਬੜਾ ਹੀ ਯਾਨੀ ਵਧੀਆ ਲੱਗਿਆ ਤੇ ਕਾਫੀ ਕੁਝ ਸਿੱਖਣ ਨੂੰ ਮਿਲਿਆ। ਇਹ ਜਿਹੇ ਪ੍ਰੋਗਰਾਮਾਂ ਦੀ ਘਾਟ ਹੀ ਮਤਲਬ ਮਹਿਸੂਸ ਹੁੰਦੀ ਹੈ ਤੇ ਜੇਕਰ ਇਹਨਾਂ 'ਚ ਆਪਾਂ ਲਗਾਤਾਰਤਾ ਰੱਖੀਏ ਤੇ ਜਿੱਥੇ ਸਾਡੇ ਮੈਂਬਰਾਂ 'ਚ ਉਹਨਾਂ ਦਾ ਸੋਚਣ ਦੇ ਤਰੀਕੇ 'ਚ ਤਰੱਕੀ ਹੋਊਗੀ, ਵਾਧਾ ਹੋਊਗਾ, ਉਹਨਾਂ ਨੂੰ ਆਪਣੇ 'ਚ ਜਿਹੜੀ ਕਮੀਆਂ ਨਜ਼ਰ ਆਉਂਦੀਆਂ ਨੇ ਵਿਚਾਰਧਾਰਕ ਤੌਰ ਤੇ ਵੀ ਜਾਂ ਸਮਾਜ 'ਚ ਜਦੋਂ ਆਪਾਂ ਵਿਚਰਦੇ ਹਾਂ ਉਸ ਪੱਖੋਂ ਵੀ ਤਾਂ ਉਹਨਾਂ 'ਚ ਪਹਿਲਾਂ ਤਾਂ ਆਪਣੇ ਅੰਦਰ ਸੁਧਾਰ ਹੋਊਗਾ, ਆਪਣੇ ਆਪ 'ਚ ਥੋੜ੍ਹਾ ਜਿਹਾ
ਹੌਸਲਾ ਵਧੂਗਾ, ਵਿਚਾਰ 'ਚ ਪਕੇਰੀ ਆਊਗੀ। ਤਾਂ ਇਹੋ ਜਿਹੇ ਪ੍ਰੋਗਰਾਮਾਂ ਦੀ ਲਗਾਤਾਰਤਾ ਆਪਾਂ ਨੂੰ ਜੋੜਨਾ 'ਚ ਵੀ, ਇਕਾਈਆਂ 'ਚ ਵੀ ਕਰਦੇ ਰਹਿਣਾ ਚਾਹੀਦਾ ਹੈ। ਮੇਰੇ ਖਿਆਲ ਸਕੂਲਿੰਗ ਦੀ ਜ਼ਿਆਦਾ ਲੋੜ ਹੈਗੀ ਆ ਆਪਾਂ ਨੂੰ। ਕਈ ਵਾਰ ਆਪਾਂ ਆਪਣੇ ਤੌਰ 'ਤੇ ਮੈਗਜ਼ੀਨ ਪੜ੍ਹਦੇ, ਕਈ ਵਾਰ ਨਹੀਂ ਪੜ੍ਹਦੇ, ਪਰ ਜਦੋਂ ਆਪਾਂ ਇਹੋ ਜਿਹੇ ਪ੍ਰੋਗਰਾਮਾਂ 'ਚ ਆਉਂਦੇ ਹਾਂ ਤਾਂ ਇਹੋ ਜਿਹੇ ਪ੍ਰੋਗਰਾਮਾਂ 'ਚ ਆਪਾਂ ਕਈ ਮੈਗਜ਼ੀਨ, ਕਈ ਕਿਤਾਬਾਂ ਦਾ ਗਿਆਨ ਇੱਕ ਤਰ੍ਹਾਂ ਨਾਲ ਹਾਸਲ ਕਰ ਲੈਂਦੇ ਹਾਂ। ਤਾਂ ਇਹਨਾਂ ਦੀ ਲਗਾਤਾਰਤਾ ਦੀ ਤਾਂ ਲੋੜ ਹੀ ਹੈਗੀ ਹੈ। ਦੂਜੀ ਗੱਲ, ਜਿਵੇਂ ਰਾਜਪਾਲ ਜੀ ਨੇ ਕਿਹਾ ਬਈ ਨੌਜਵਾਨਾਂ ਨੂੰ ਨਾਲ ਜੋੜਨਾ, ਇਹ ਬਹੁਤ ਜ਼ਰੂਰੀ ਹੈ ਤੇ ਨੌਜਵਾਨ ਹੀ ਨੌਜਵਾਨਾਂ ਨੂੰ ਵਧੀਆ ਤਰੀਕੇ ਨਾਲ ਜੋੜ ਸਕਦੇ ਆ। ਤੇ ਇਹ ਬਿਲਕੁਲ ਠੀਕ ਹੈ ਗੱਲ। ਸਾਡੀ ਇਕਾਈ ਜਿਵੇਂ ਕੁਆੜਾ ਪਹਿਲਾਂ ਨੂੰ ਸਾਨੇ ਵਾਲੀ ਇਕਾਈ ਹੁੰਦੀ ਸੀ, ਉਸ ਦੀ ਉਦਾਹਰਨ ਸਾਡੇ ਕੋਲ ਹੈ। ਤੇ ਜਦੋਂ ਅਸੀਂ ਉਹ ਇਕਾਈ ਬਣਾਈ ਤੇ ਜਿਵੇਂ ਜਰਨੈਲ ਜੀ ਸਾਡੇ ਨਾਲ ਜੁੜੇ ਆ, ਇਹ ਦੋਸਤਾਂ ਮਿੱਤਰਾਂ ਚੋਂ ਹੀ ਅਸੀਂ ਉਹ ਸਾਰੀ ਇਕਾਈ ਹੀ ਦੋਸਤਾਂ ਮਿੱਤਰਾਂ ਨੇ ਖੜੀ ਕੀਤੀ ਸੀ। ਆਪਸ 'ਚ ਸਾਰੇ ਦੋਸਤ ਹੀ ਸੀਗੇ ਅਸੀਂ। ਤੇ ਉਸ ਤੋਂ ਬਾਅਦ ਚਲੋ ਉਹ ਅੱਜ ਤੱਕ ਵੀ ਚੱਲ ਰਹੀ ਹੈ। ਅਗਲੀ ਗੱਲ ਵੀ ਜਿਸ ਤਰ੍ਹਾਂ ਦੇ ਹਮਲੇ ਸਮਾਜ ਦੇ ਵਿੱਚ ਸਾਡੇ ਸਾਹਮਣੇ ਹੈਗੇ ਆ, ਜਿਸ ਤਰ੍ਹਾਂ ਦੇ ਹਮਲੇ ਸਮਾਜ ਤੇ ਹੋ ਰਹੇ ਆ, ਉਹ ਹਰ ਤਰ੍ਹਾਂ ਦਾ ਹਰਬਾ ਵਰਤ ਰਹੇ ਆ। ਆਪਣੇ ਕੋਲ ਕੁਝ ਪੈਟ ਤਰੀਕੇ ਹੀ ਹੈ ਵੀ ਆਪਾਂ ਮੈਗਜ਼ੀਨ ਕੱਢ ਲਿਆ, ਕਿਤਾਬਾਂ ਵੰਡ ਲਈਆਂ, ਆਪਾਂ ਹੋਰ ਖੇਤਰਾਂ 'ਚ ਵੀ ਕੁਝ ਲੱਭੀਏ, ਦੇਖੀਏ। ਜਿਵੇਂ ਸੋਸ਼ਲ ਮੀਡੀਆ ਦਾ ਖੇਤਰ ਹੈ ਹੁਣ, ਅੱਜ ਜਿਵੇਂ ਉਹ ਕਸ਼ਮੀਰ ਫਾਈਲ ਆਈ ਹੈ, ਉਹ ਦੇਖੋ ਕਿੰਨਾ ਵੱਡਾ ਮੀਡੀਆ ਤੇ ਕਿੰਨੀ ਵੱਡੀ ਉਸ ਇੱਕ ਫਿਲਮ ਨੂੰ ਲੈ ਕੇ ਹੀ ਉਹ ਕਿੰਨਾ ਵੱਡਾ ਪ੍ਰਚਾਰ ਕਰ ਰਹੇ ਆ ਇੱਕ ਫਿਲਮ ਨੂੰ ਲੈ ਕੇ। ਤਾਂ ਜਾਣੀ ਕਿ ਆਪਾਂ ਕੁਝ ਇਸ ਤਰ੍ਹਾਂ ਦਾ ਸੋਸ਼ਲ ਮੀਡੀਆ ਤੇ ਬੇਸ਼ੱਕ ਆਪਾਂ ਬਣਾ ਲਿਆ ਤੇ ਕਈ ਵਾਰ ਆਪਾਂ ਪਿਛੜ ਜਾਂਦੇ ਆ। ਜਿਵੇਂ ਸੋਸ਼ਲ ਮੀਡੀਆ ਤੇ ਤੁਰੰਤ ਐਕਸ਼ਨ ਦੀ ਲੋੜ ਹੁੰਦੀ ਹੈ, ਜਾਂ ਆਪਾਂ ਜਿਵੇਂ ਆ ਫਾਈਲ ਆ ਕਸ਼ਮੀਰ ਫਾਈਲ ਹੈ, ਇਸ ਬਾਰੇ ਆਪਾਂ ਕੁਛ ਨਾ ਕੁਛ ਬਿਆਨ ਆ ਜਾਣਾ ਚਾਹੀਦਾ ਸੀਗਾ, ਸ਼ਾਇਦ ਆ ਵੀ ਗਿਆ ਹੋਵੇ, ਮੇਰੇ ਧਿਆਨ ਨਾ ਹੋਵੇ। ਜਿਵੇਂ ਹੁਣ ਇੱਕ ਵੀਡੀਓ ਚੱਲ ਰਹੀ ਸੀਗੀ ਪੁਨਰ ਜਨਮ ਸੰਬੰਧੀ। ਦੂਜਾ ਹੈਗਾ ਵੀ ਜੇ ਆਪਾਂ ਆਏ ਕਹੀਏ ਵੀ ਸੁਸਾਇਟੀ ਆਪਣੇ ਤੌਰ ਤੇ ਕੋਈ ਪ੍ਰੋਗਰਾਮ ਉਲੀਕ ਲੂਗੀ, ਇਹ ਘੱਟ ਸੰਭਾਵਨਾ ਹੁੰਦੀ ਹੈ। ਆਪਾਂ ਨੂੰ ਪ੍ਰੋਗਰਾਮ ਦੇਣੇ ਚਾਹੀਦੇ ਆ। ਜਿਵੇਂ ਪ੍ਰੋਗਰਾਮ ਆਇਆ ਵੀ ਪਾਠਕ ਮਿਲਣੀ ਕਰਾਓ ਜੀ, ਤਾਂ ਬਹੁਤ ਸਾਰੀ ਇਕਾਈ ਨੇ ਕਰਵਾਈਆਂ। ਤੁਸੀਂ ਮੈਗਜ਼ੀਨ ਨਰਿੰਦਰ ਦਬੋਲਕਰ ਦੇ ਸੰਬੰਧ ਦੇ ਵਿੱਚ ਇੰਨੇ ਮੈਗਜ਼ੀਨ ਲਗਾਉਣੇ ਨੇ, ਤਾਂ ਬਹੁਤ ਸਾਰਿਆਂ ਨੇ ਕੋਸ਼ਿਸ਼ਾਂ ਕੀਤੀਆਂ। ਜਦੋਂ ਆਪਾਂ ਪ੍ਰੋਗਰਾਮ ਦੇਵਾਂਗੇ ਤਾਂ ਉਸ ਦੇ ਵਿੱਚੋਂ ਚਾਹੇ ਅੱਧਾ ਹੀ ਪੂਰਾ ਹੋਵੇ, ਕੁਛ ਤਾਂ ਪੂਰਾ ਹੋਊਗਾ। ਯਾਨੀ ਆਪਾਂ ਨੂੰ ਪ੍ਰੋਗਰਾਮ ਉਲੀਕਣੇ ਚਾਹੀਦੇ ਨੇ। ਉਹ ਸਟੇਟ ਲੈਵਲ ਤੇ ਵੀ ਹੋ ਸਕਦੇ, ਜ਼ੋਨ ਲੈਵਲ ਤੇ ਵੀ ਹੋ ਸਕਦੇ, ਤੇ ਅੱਗੇ ਇਕਾਈਆਂ ਨੂੰ ਦੇਣੇ ਚਾਹੀਦੇ ਨੇ, ਭਾਈ ਤੁਸੀਂ ਆਹ ਕੰਮ ਕਰਨਾ ਹੈ, ਤਾਂ ਉਹ ਕੁਛ ਨਾ ਕੁਛ ਤਾਂ ਪੂਰਾ ਹੋਏਗਾ ਹੀ। ਇੱਕ ਰਾਜਪਾਲ ਜੀ ਨੇ ਗੱਲ ਕਹੀ ਸੀ ਵੀ ਆਮ ਕਿਸਾਨ ਦੇ ਘਰੇ ਪੂਜਾ ਹੋ ਰਹੀ ਹੈ ਤੇ ਉਹਦਾ ਸਿਰ ਫੁੱਟ ਗਿਆ, ਤੇ ਵੀ ਇਸ ਤਰ੍ਹਾਂ ਦਾ ਰੁਝਾਨ ਕਿਉਂ ਆ, ਵੀ ਇਹ ਮੱਧ ਵਰਗ 'ਚ ਵੀ ਕਾਫੀ ਕੁਛ ਹੈ। ਇਹਨਾਂ ਨੇ ਕਿਹਾ ਇਹਦੇ ਆਪਾਂ ਨੂੰ ਕਾਰਨ ਦੇਖਣੇ ਚਾਹੀਦੇ ਨੇ, ਤਾਂ ਦੂਰ ਹੋਣਗੇ। ਜਿੰਨਾ ਚਿਰ ਆਪਾਂ ਨੂੰ ਕਾਰਨ ਨਹੀਂ ਪਤਾ ਲੱਗਦੇ ਕਿਉਂ ਨੇ, ਰਾਜਪਾਲ ਜੀ ਨੂੰ ਸ਼ਾਇਦ ਪਤਾ ਹੋਣੇ, ਦੱਸਣੇ ਰਹਿ ਗਏ ਹੋਣੇ, ਪਰ ਇਹ ਆਪਾਂ ਨੂੰ ਹੇਠਲੇ ਲੈਵਲ ਤੇ ਵੀ ਵਿਚਾਰਨੇ ਚਾਹੀਦੇ ਵੀ ਕਾਰਨ ਕਿਉਂ ਨੇ। ਆਖਰ ਜਿਹੜੇ ਸਮਰਿੱਧ ਲੋਕ ਨੇ ਉਹ ਵੀ ਇਹੋ ਜਿਹਾ ਕੁਛ ਕਿਉਂ ਕਰਦੇ ਨੇ, ਪੂਜਾ ਵੀ ਕਰਦੇ ਨੇ। ਜਿਹੜੇ ਮੈਗਜ਼ੀਨ ਪੜ੍ਹਦੇ ਨੇ ਉਹਨਾਂ ਦੇ ਵੀ ਲੱਖ ਖੁਸ਼ੀਆਂ, ਪਾਤਸ਼ਾਹੀਆਂ ਦੀ ਜਿਹੜੀ ਬੈਲਾ ਕਿਉਂ ਵੱਜਦੀ ਹੈ, ਸਾਡੀ ਕਾਲਰ ਟੋਨ ਵੀ ਇਹੋ ਜਿਹੀ ਕਿਉਂ ਆ। ਤੁਸੀਂ ਦੇਖੋ ਜਿਹੜੀ ਉਹਨਾਂ ਕਿਤਾਬਾਂ ਪੜ੍ਹਨ ਦੀ ਆਦਤ ਆ, ਇਹਦਾ ਇੱਕ ਸਟੇਜ ਤੇ ਪੈ ਜਾਂਦੀ ਹੈ। ਆਪਾਂ ਆਏ ਕਿ ਨਹੀਂ ਉਹ ਕੀ ਹੋ ਸਕਦਾ, ਉਹਦੀ ਜਗ੍ਹਾ ਤੇ ਡਿਸਕਸ਼ਨਾਂ ਵੀ ਕਰ ਸਕਦੇ। ਇੱਕ ਜਣਾ ਪੜ੍ਹ ਕੇ ਆਪਦੇ ਉਹਦਾ ਸਾਰ ਪੇਸ਼ ਕਰੇ, ਦੂਜੇ ਉਹਨਾਂ ਵਿਚਾਰਾਂ ਤੇ ਡਿਸਕਸ਼ਨ ਕਰਨ। ਬਾਕੀ ਮੈਨੂੰ ਅੱਜ ਮਗਰੋਂ ਦਾ ਜਿਵੇਂ ਮਤਲਬ ਲੱਗਿਆ, ਵਧੀਆ ਲੱਗਿਆ। ਪਹਿਲਾਂ ਮੈਨੂੰ ਇਹ ਲੱਗਿਆ ਵੀ ਆਪਾਂ ਨਿਰਾਸ਼ਤਾ ਜ਼ਿਆਦੇ ਆ, ਵੀ ਆਪਾਂ ਲੋਕਾਂ ਤੇ ਵੀ ਉਹਦੀ ਮਗਰ ਨਹੀਂ ਲੱਗਦੇਗੇ, ਸਾਡੇ ਤੇ ਹੈ ਨਾ, ਸਾਨੂੰ ਸਹਿਯੋਗ ਨਹੀਂ ਮਿਲਦਾ ਗਾ, ਮੀਟਿੰਗਾਂ ਹੀ ਨਹੀਂ ਆਉਂਦੇ। ਵੀ ਪਹਿਲਾਂ ਇੰਝ ਲੱਗਿਆ ਵੀ ਇਹ ਸਾਡੇ 'ਚ ਰੁਝਾਨ ਜ਼ਿਆਦਾ ਭਾਰੂ ਆ। ਤੇ ਪਰ ਮੈਨੂੰ ਲੱਗਦਾ ਵੀ ਆਪਾਂ ਜੇ ਇਸ ਤਰ੍ਹਾਂ ਦੀਆਂ ਡਿਸਕਸ਼ਨਾਂ ਕਰੀਏ ਆਪਦੇ ਯੂਨਿਟਾਂ ਦੇ ਵਿੱਚ ਵੀ, ਮੀਟਿੰਗਾਂ ਦੇ ਵਿੱਚ ਵੀ, ਹਰ ਮਹੀਨੇ ਇੱਕ ਦਿਨ ਤਾਂ ਰੱਖਿਆ ਜਾ ਸਕਦਾ, ਤਾਂ ਸਿੱਧੇ ਕੁਝ ਨਿਕਲਣਗੇ। ਆਪਾਂ ਅਮਲ ਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ। ਜੇ ਆਪਾਂ ਆਖੀਏ ਨਾ ਕਰਿਆ ਕਰਾਇਆ ਸਾਨੂੰ ਕੋਈ ਤੋਂ ਹਦਾਇਤਾਂ ਆਈ ਜਾਣ, ਹੈ ਨਾ, ਮਿਲ ਜੇ, ਉਹ ਨਹੀਂ। ਖੁਦ ਜਿੱਥੇ ਲੱਗਦੀ ਹੈ ਕਮੀ ਖੁਦ ਕਰੀਏ। ਅਸੀਂ ਨਾ ਲੋਕਾਂ ਨੂੰ ਐਵੇਂ ਕਹਿਣ ਦੀ ਬਜਾਏ ਵੀ ਉਹ ਸਾਥ ਨਹੀਂ ਦਿੰਦੇਗੇ। ਮੈਨੂੰ ਲੱਗਦਾ ਲੋਕ ਸਾਥ ਦੇ ਦਿੰਦੇ ਆ, ਪਰ ਮਿਹਨਤ ਕਰਨੀ ਪੈਂਦੀ। ਆਪਾਂ ਵੇਖੀਆਂ ਲਹਿਰਾਂ ਦੇ ਵਿੱਚ ਪਾਣੀ ਵਾਲੇ ਕਦੋਂ ਦੇ ਲੱਗੇ ਸੀ, ਆਪ ਸਾਥ ਦਿੱਤਾ, ਆਪ ਵਾਲੇ ਕਦੋਂ ਦੇ ਲੱਗੇ ਸੀ, ਉਹਨਾਂ ਨੇ ਸਾਥ ਦਿੱਤਾ। ਲੋਕ ਚੰਗਾ ਸਮਾਜ ਤਾਂ ਚਾਹੁੰਦੇ ਹੀ ਆ ਨਾ। ਮੈਨੂੰ ਲੱਗਦਾ ਨੌਜਵਾਨ ਬਹੁਤ ਚਾਹੁੰਦੇ ਹੁੰਦੇ ਆ। ਜਦੋਂ ਅਸੀਂ ਸੀ ਜਵਾਨ ਉਦੋਂ ਵੀ, ਹੁਣ ਵੀ ਨੌਜਵਾਨਾਂ ਦੇ ਵਿੱਚ ਇਹ ਹੁੰਦਾ ਵੀ ਯਾਰ ਕੋਈ ਨਾ ਕੋਈ ਸੁਧਾਰ ਕਰੀਏ ਪਿੰਡ ਦਾ। ਕਿਹੜਾ ਮਨ 'ਚ ਹਰੇਕ ਦੇ ਵਾਲ ਖੜਾ ਜਿਹਾ ਉੱਠਦਾ, ਫਿਰ ਹੌਲੀ ਹੌਲੀ ਉਹ ਲਾਈਫ ਸੈੱਟ ਹੋ ਜਾਂਦਾ, ਵੱਖਰੀ ਗੱਲ। ਸੋ ਅਸੀਂ ਉਹ ਜਿਹੜਾ ਹੈਗਾ ਸੁਧਾਰ ਕਰਨ ਦੀ ਜਿਹੜੀ ਭਾਵਨਾ ਨਾ, ਸਮੂਹਕ ਭਾਵਨਾ ਵੀ ਹੁੰਦੀ। ਇੱਕ ਨਾ ਗੱਲ ਇਹ ਵੱਧ ਪ੍ਰਚਾਰੀ ਗਈ ਵੀ ਬੰਦੇ ਦਾ ਨਿੱਜ
ਨਿੱਜੀ ਭਾਵਨਾ ਵੱਧ ਹੁੰਦੀ ਹੈ ਵੀ ਬੰਦਾ ਪਹਿਲਾਂ ਆਪਦੇ ਬਾਰੇ ਸੋਚਦਾ ਨਹੀਂ। ਇੱਕ ਉਹਦੇ ਨਾਲ ਇੱਕ ਐਵੋਲੂਸ਼ਨ ਦੇ ਵਿੱਚ ਹੀ ਨਾ ਸਮੂਹਿਕ ਭਾਵਨਾ ਵੀ ਸਾਡੇ ਵਿੱਚ ਵਿਕਸਿਤ ਹੋਈ ਹੈ। ਬੰਦਾ ਜਦੋਂ ਪੁਰਾਤਨ ਕਾਲ ਦੇ ਵਿੱਚ, ਪੁਰਾਤਨ ਕਾਲ ਤੋਂ ਭਾਵ ਇਹ ਆ ਵੀ ਜਦੋਂ ਹਜੇ ਉਹ ਜੰਗਲੀ ਜੀਵਨ ਜਿਉ ਰਿਹਾ ਸੀਗਾ, ਉਦੋਂ ਉਹ ਇਕੱਠਾਂ ਦੇ ਵਿੱਚ ਰਹਿੰਦਾ ਸੀ। ਉਹਦੇ ਵਿੱਚ ਕੁਦਰਤੀ ਸੂਝ ਵਿਕਸਿਤ ਹੋਈ ਆ ਵੀ ਸਾਡੀ ਜਿਹੜੀ, ਜੇ ਅਸੀਂ ਇਕੱਠੇ ਹੋਵਾਂਗੇ ਫੇਰ ਹੀ ਸਾਡੀ ਦੁਸ਼ਮਣਾਂ ਤੋਂ ਬਚਾਅ ਹੋਊਗਾ। ਠੀਕ ਹੈ ਨਾ। ਉਹ ਜਿਹੜੀ ਸਮੂਹ ਆ, ਉਹ ਭਾਵਨਾ ਹੈ, ਉਸ ਨੂੰ ਅਸੀਂ ਵਰਤੀਏ ਤੇ ਸਿੱਧੇ ਨਿਕਲ ਗਏ। ਗੱਲ ਮੈਨੂੰ ਲੱਗਦਾ ਥੋੜੀ ਸਾਡੇ 'ਚ ਵੀ ਕੁਝ ਜਿਹੜੀ ਹੈਗੀ ਆ ਕਮੀ ਹੈਗੀ ਆ, ਇਹਨੂੰ ਦੂਰ ਕਰੀਏ, ਲੋਕਾਂ ਵੱਲੋਂ ਰਿਸਪੌਂਸ। ਚਲੋ ਮੈਂ ਤਾਂ ਇੱਕ ਗੱਲ ਜਿਹੜੀ ਆਪਣੀ ਬਾਤ ਕਰਨੀ ਹੈ ਰਾਜਪਾਲ ਦੀਆਂ, ਜਿਵੇਂ ਮਤਲਬ ਪਹਿਲਾਂ ਇਹਨਾਂ ਨੇ ਵੀ ਕਿਹਾ ਪ੍ਰਭਾਵ ਲਿਆ ਵੀ ਨਿਰਾਸ਼ਤਾ ਵਾਲੀ ਗੱਲ ਤੋਂ ਸ਼ੁਰੂ ਹੋਈ ਗੱਲ। ਮੇਰਾ ਮੰਤਵ ਇਹ ਸੀ ਵੀ ਅਸਲ ਦੇ ਵਿੱਚ ਸਾਨੂੰ ਜਿਹੜੀਆਂ ਆਪਣੀਆਂ ਕਮੀਆਂ ਪੇਸ਼ੀਆਂ ਨੇ, ਜਦੋਂ ਤੱਕ ਅਸੀਂ ਉਹਨਾਂ ਦੀ ਪੂਰਾ ਪ੍ਰਣਾਲੀ ਨਹੀਂ ਕਰਦੇ ਉਦੋਂ ਤੱਕ ਉਹਨਾਂ 'ਚ ਸੁਧਾਰ ਨਹੀਂ ਕੀਤਾ ਜਾ ਸਕਦਾ। ਸਭ ਤੋਂ ਪਹਿਲੀ ਜ਼ਰੂਰੀ ਹੈ ਇਹ ਗੱਲ ਵੀ ਅਸੀਂ ਆਪਣੀਆਂ ਕਮੀਆਂ ਦੇ ਵਿੱਚ ਝਾਤੀ ਮਾਰੀਏ, ਫਿਰ ਹੀ ਮਤਲਬ ਆਪਾਂ ਅਗਲਾ ਸਟੈਪ ਆ ਜਿਹੜਾ ਉਹ ਲੈਣ ਦੇ ਯੋਗ ਹੋ ਸਕਦੇ। ਦੂਜੀ ਗੱਲ ਵੀ ਅਸੀਂ ਲੁਧਿਆਣੇ ਦੇ ਵਿੱਚ ਖਾਸ ਤੌਰ ਤੇ ਉਹ ਪ੍ਰੋਗਰਾਮ ਵੱਡਾ ਕੋਈ ਛੋਟਾ ਹੈ, ਅਸੀਂ ਹਮੇਸ਼ਾ ਲਗਾਤਾਰ ਰੱਖੀ ਹੋਈ ਹੈ। ਕਿਤੇ ਨਾ ਕਿਤੇ ਮਹੀਨੇ ਦੇ ਵਿੱਚ ਇੱਕ ਅੱਧੀ ਵਾਰੀ ਜ਼ਰੂਰ ਕੋਈ ਨਾ ਕੋਈ ਫੰਕਸ਼ਨ, ਕੋਈ ਸੈਮੀਨਾਰ ਕਿਸੇ ਨਾ ਕਿਸੇ ਟੌਪਿਕ ਦੇ ਉੱਤੇ ਬਕਾਇਦਾ ਤੌਰ ਤੇ ਹੁੰਦਾ ਹੈ। ਲੀਕ ਕੇ ਸਾਰਾ ਕੁਛ ਉਹਦੇ 'ਚ ਕਿੰਨੀ ਕੁ ਸਫਲਤਾ ਮਿਲਦੀ ਹੈ ਨਹੀਂ ਮਿਲਦੀ, ਕਦੇ ਅਸੀਂ ਨਿਰਾਸ਼ ਨਹੀਂ ਹੋਏ ਇਸ ਤੋਂ। ਉਹ ਲਗਾਤਾਰ ਤਾਂ ਚੱਲ ਰਹੀ ਹੈ। ਹੁਣ ਕੱਲ੍ਹ ਹੀ ਮਤਲਬ ਜਿਵੇਂ ਰਕੇਸ਼ ਗੱਲ ਕਰਕੇ ਗਿਆ, ਨਾਟਕ ਕਰਕੇ ਹਟਿਆ ਦੀਪਕ ਸਿੰਘ ਉਹਨਾਂ ਦੇ ਸਮਰਪਿਤ, ਤੇ ਸਾਨੂੰ ਆਸ ਸੀ ਵੀ ਯਾਰ ਆਮ ਲੋਕ ਨਹੀਂ ਆਉਂਦੇ ਹੈਗੇ। ਸਾਡੀ ਜਿਹੜੀ ਉੱਥੇ ਬਣਾਈ ਹੋਈ ਆ ਵਗੈਰਾ ਲਾਇਬ੍ਰੇਰੀ ਤੇ ਉਹ ਜਗ੍ਹਾ ਜਿੱਥੇ ਵੀ ਮਤਲਬ ਸਥਾਪਿਤ ਹੋਈ ਹੋਈ ਆ ਆਪਣੀ, ਉਹ ਬਕਾਇਦਾ ਜੇ ਆਪਣੇ ਕੰਮਾਂ ਕਾਰਾਂ ਤੋਂ ਪ੍ਰਭਾਵਿਤ ਹੋਏ ਲੋਕ, ਉਹ ਐਵੇਂ ਕਰੋੜਾਂ ਰੁਪਈਆ ਦੀ ਜਿਹੜੀ ਜ਼ਮੀਨ ਹੈ ਉਹ ਆਪਾਂ ਨੂੰ ਸੰਭਾਲੀ ਨਹੀਂ ਹੋਈ ਹੈ। ਉਹ ਟੋਟਲ ਸਾਡੇ ਕੰਮਾਂ ਕਾਰਾਂ ਨੂੰ ਦੇਖ ਕੇ ਯਾਰ ਇਹ ਸਮਾਜ ਲਈ ਜੋ ਕੁਛ ਕਰ ਰਹੇ ਨੇ, ਇਹੀ ਮਤਲਬ ਇਹ ਜਗ੍ਹਾ ਨੂੰ ਸੰਭਾਲਣ ਦੇ ਯੋਗ ਹੋ ਸਕਦੇ। ਤੇ ਦਿੱਤੀ ਆਪਾਂ ਉਹ ਕਰੋੜਾਂ ਦੀ ਪ੍ਰਾਪਰਟੀ ਹੈ ਜਿਹੜੀ, ਉਹ ਆਪਣਾ ਉਹਦੇ ਤੇ ਕਾਬਜ਼ ਹੈ। ਤੇ ਦੂਜੀ ਗੱਲ ਵੀ ਉੱਥੇ ਲਗਾਤਾਰ ਆਪਾਂ ਵੀ ਉੱਥੇ ਨਿੱਜਦੇ ਹੀ ਨਹੀਂ ਉਹਨੂੰ ਵਰਤ ਰਹੇ, ਲੋਕਾਂ ਨੂੰ ਉਹਨਾਂ ਨੂੰ ਮਤਲਬ ਸੂਝਵਾਨ ਬਣਾਉਣ ਲਈ ਹਰ ਤਰ੍ਹਾਂ ਦੇ ਮਤਲਬ ਉੱਥੇ ਸੈਮੀਨਾਰ ਜਿਹੜਾ ਅਕਸਰ ਆਪਾਂ ਉੱਥੇ ਹਰ ਮਹੀਨੇ ਕੋਈ ਨਾ ਕੋਈ ਹੁੰਦਾ ਰਹਿੰਦਾ। ਤੇ ਜੇਕਰ ਨਿਰਾਸ਼ ਹੋ ਕੇ ਮਤਲਬ ਕਹਿੰਦੇ ਸੀ ਜਾਂ ਲੋਕ ਤਾਂ ਹੁੰਦੇ ਨਹੀਂ, ਸਾਥ ਨਹੀਂ ਦਿੰਦੇ ਹੈਗੇ, ਤੇ ਫਿਰ ਉਹ ਕੁਛ ਨਹੀਂ ਸੀ ਬਣਨਾ ਉੱਥੇ। ਤੇ ਉਹ ਲਗਾਤਾਰਤਾ ਵਿੱਚ ਸਾਰਾ ਕੁਝ ਨਿਕਲੇ। ਤੁਸੀਂ ਲਗਾਤਾਰ ਲੱਗੇ ਹੋਏ, ਕੋਈ ਇਸ ਪੱਖੋਂ ਕੋਈ ਕਦੇ ਨਿਰਾਸ਼ ਨਹੀਂ ਹੋਏ। ਕੋਈ ਗੱਲ ਨਹੀਂ ਜੇ ਇੱਕ ਜੁੜਿਆ ਕੰਮ 2 ਜੁੜਨਗੇ, ਪਰਸੋਂ 3 ਜੁੜਨਗੇ, ਤੇ ਉਹ ਪ੍ਰਕਿਰਿਆ ਜਿਹੜੀ ਲਗਾਤਾਰ ਜਾਰੀ ਹੈ। ਹੁਣ ਕੱਲ੍ਹ ਕਿੱਥੇ ਸਾਡਾ ਲਗਭਗ 100 ਬੰਦੇ ਦਾ ਇਕੱਠ ਹੁੰਦਾ ਸੀ, ਆਮ 70-80 ਕਿਤੇ 100, ਤੇ ਕੱਲ੍ਹ ਮੇਰਾ ਖਿਆਲ 200 ਤੋਂ ਉੱਪਰ ਇਕੱਠ ਸੀਗਾ। ਤੋ ਇਹਦਾ ਮਤਲਬ ਹੈ ਵੀ ਸਾਡੀ ਗੱਲ ਕਿਤੇ ਨਾ ਕਿਤੇ ਲੋਕਾਂ ਦੇ ਹਿੱਟ ਕਰ ਰਹੀ ਹੈ। ਤੇ ਜਿਹੜੇ ਸਾਡੇ ਵਿਰੋਧ 'ਚ ਖੜੇ ਨੇ ਉਹ ਇੱਕਾ ਦੁੱਕਾ ਹੁੰਦੇ ਆ, ਉਹ ਸਮੁੱਚੇ ਲੋਕ ਨਹੀਂ ਹੁੰਦੇ। ਉਹ ਸਮੁੱਚੇ ਲੋਕਾਂ ਨੂੰ ਕਈ ਵਾਰੀ ਸਾਡੇ ਵਿਰੋਧੀ ਗੁੰਮਰਾਹ ਕਰ ਲੈਂਦੇ ਆ, ਪਰ ਜਦੋਂ ਲੋਕਾਂ ਨੂੰ ਅਸਲੀਅਤ ਦਾ ਪਤਾ ਲੱਗਦਾ ਵੀ ਉਹਦਾ ਆਪਣੇ ਨਿੱਜ ਪ੍ਰਸਤੀ ਕਿਵੇਂ ਬਣੀ ਹੋਈ ਹੈ, ਤੇ ਇਹ ਬਿਨਾਂ ਨਿੱਜ ਪ੍ਰਸਤੀ ਤੋਂ ਮਤਲਬ ਲੋਕ ਕਿਵੇਂ ਲੋਕਾਂ ਲਈ ਜੁੜੇ ਹੋਏ ਆ, ਉਹ ਲੋਕਾਂ ਨੂੰ ਸਮਝ ਆ ਜਾਂਦੀ ਆ। ਕੋਈ ਉਹ ਵੱਡੀ ਗੱਲ ਨਹੀਂ ਹੈ। ਉਹ ਮਤਲਬ ਤੁਹਾਡੇ ਨਾਲ ਖੜਨਗੇ। ਤਾਂ ਸਾਡੀ ਇਸ ਗੱਲਾਂ ਲਈ ਤੁਸੀਂ ਜਿਹੜੀ ਗੱਲ ਕੀਤੀ ਹੈ ਨਾ, ਕੋਈ ਐ ਨਹੀਂ ਕਿ ਅਸੀਂ ਲਗਾਤਾਰ ਤਰੱਕੀ ਆ, ਕੋਈ ਅਸੀਂ ਨਿਰਾਸ਼ ਨਹੀਂ ਤੇ ਨਾ ਹੋਵਾਂਗੇ। ਅਸੀਂ ਕੰਮ ਚਾਹੇ ਵੱਡਾ ਚਾਹੇ ਛੋਟਾ, ਉਹਨੂੰ ਇੱਕ ਵਾਰੀ ਲੀਕ ਲਿਆ, ਉਹਨੂੰ ਸਿਰੇ ਚੜਾਉਣ ਲਈ ਪੂਰਾ ਟੈਂਡ ਲਾਉਂਦੇ ਆ ਤੇ ਉਹ ਸਫਲ ਬਣਾਉਂਦੇ ਆ। ਤੇ ਇਹਦੇ ਨਾਲ ਹੀ ਰਾਜਪਾਲ ਜੀ ਦਾ ਇਹਨਾਂ ਨੇ ਬਹੁਤ ਸਮਾਂ ਆਪਣੇ ਲਈ ਅੱਜ ਕੱਢਿਆ। ਧੰਨਵਾਦੀ ਤੁਹਾਡੇ ਸਾਰਿਆਂ ਵੱਲੋਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਤੇ ਜਿਹੜੀਆਂ ਯੂਨਿਟਾਂ ਅੱਜ ਹਾਜ਼ਰ ਨਹੀਂ ਹੋਈਆਂ, ਮੈਂ ਸਮਝਦਾ ਵੀ ਉਹ ਕਾਫੀ ਪਛੜੀਆਂ ਨੇ।